हौ आया दूरह चल कै, मैं तकी तो सरनाए जियो। मैं आसा रखी चित मह, मेरा सबो दुख गवाए जियो। तुमरी शरण तुम्हारी आसा, तुम ही सज्जन सुहेले। राखो राखनहार दयाला, नानक घर के गोले। धर जी अरे एक टेक तू, लाहे बिडानी आस। नानक नाम ध्याईऐ, कारज आवै रास। फिरत फिरत प्रभ आया, परया तो सरनाए। नानक की प्रभ बेनती, अपनी भगति लाए। ज्ञान ध्यान किश कर्म ना जाना, सार ना जाना तेरी। सब ते वड्डा सतगुर नानक, जिन कल राखी मेरी। सो कहो टल गुर सेवियै, अहनिस सहज सुभाए। दर्शन परसे है गुरु कै, जन्म मरण दुख जाए। होवै सिफत खसम दी, नूर अरसहो कुरसहो झट्टिया। तुद डिठे सच्चे पातशाह, मल जन्म जन्म दी कट्टिया। सज्जन सच्चा पातशाहो, सिर साहां दैसाहो। जिस पास महठिया सोहिया, सबना दा वेसाहो। सतनाम श्री वाहिगुरु साहिब जी। जे को गुरदेव मुख होवै, बिन सतगुर मुक्त ना पावै। पावै मुक्त ना मूर्ख कोई, उच्चहो भविष्य जाए। जे को गुरदेव मुख होवै, बिन सतगुर मुक्त ना पावै। पावै मुक्त ना मूर्ख कोई, पुछो भविकिया जाए। अनेक जूनी भरम आवै, बिन सतगुर मुक्त ना पाए। फिर मुक्त पाए लाग चरणी, सतगुरु शब्द सुनाए। कहे नानक विचार देखो, बिन सतगुर मुक्त ना पाए। फिर मुक्त पाए लाग चरणी, सतगुरु शब्द सुनाए। कहे नानक विचार देखो, बिन सतगुर मुक्त ना पाए।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਹਰ ਜਹੂਰ ਹਾਜ਼ਰ ਹਜੂਰ ਸਰਬ ਕਲਾ ਭਰਪੂਰ ਪਤਿਤ ਪਾਵਨ ਭਗਤ ਵਸ਼ਲ ਅੰਤਰਜਾਮੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਰਿਆਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਾਵਨੇ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ ਹੈ ਔਰ ਗੁਰੂ ਸਾਹਿਬ ਜੀ ਦੇ ਦਰ ਘਰ ਦੀ ਮਰਿਆਦਾ ਅਨੁਸਾਰ ਅੰਮ੍ਰਿਤ ਵੇਲੇ ਦਾ ਨਿਤਨੇਮ ਸਾਧ ਸੰਗਤ ਜੀ ਆਪਾਂ ਉਸ ਨੂੰ ਕਹਿੰਦੇ ਹਾਂ ਜਿਹੜਾ ਨੇਮ ਰੋਜ਼ ਕੀਤਾ ਜਾਂਦਾ ਹੈ, ਨਿਤ ਕੀਤਾ ਜਾਂਦਾ ਹੈ। ਪੰਜ ਬਾਣੀਆਂ ਦਾ ਨਿਤਨੇਮ ਸਤਿਗੁਰੂ ਜੀ ਦੇ ਪਾਵਨ ਦਰਬਾਰ ਅੰਦਰ ਹੋਇਆ। ਜਪਜੀ ਸਾਹਿਬ ਦੇ ਪਾਠ, ਜਾਪ ਸਾਹਿਬ, ਸਵਈਏ, ਚੌਪਈ ਸਾਹਿਬ, ਸ੍ਰੀ ਆਨੰਦ ਸਾਹਿਬ, ਉਪਰੰਤ ਆਸਾ ਕੀ ਵਾਰ ਦਾ ਕੀਰਤਨ, ਇਹ ਵੀ ਗੁਰੂ ਦਰਬਾਰ ਦੀ ਨਿਤ ਦੀ ਮਰਿਆਦਾ ਹੈ। ਔਰ ਆਸਾ ਕੀ ਵਾਰ ਦਾ ਕੀਰਤਨ ਤਾਂ ਸਤਿਗੁਰਾਂ ਨੇ ਉਸ ਦਿਨ ਵੀ ਨਹੀਂ ਛੱਡਿਆ ਜਦੋਂ ਲੱਖਾਂ ਦੀ ਫੌਜ, ਲੱਖਾਂ ਦੀ ਗਿਣਤੀ ਦੇ ਵਿੱਚ ਆਨੰਦਪੁਰ ਸਾਹਿਬ ਨੂੰ ਜਦੋਂ ਘੇਰਾ ਪਾਇਆ ਸੀ, ਮਹਾਰਾਜ ਦਸ਼ਮੇਸ਼ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਛੱਡਿਆ। ਲੱਖਾਂ ਦੀ ਗਿਣਤੀ ਦੇ ਵਿੱਚ ਫੌਜ ਪਿੱਛੇ ਚੜ੍ਹ ਕੇ ਆ ਰਹੀ ਹੈ, ਅਗਲੇ ਪਾਸੇ ਸਰਸਾ ਚੜ੍ਹੀ ਹੋਈ ਹੈ। ਉਸ ਮੌਕੇ ਤੇ ਵੀ ਉੱਤੋਂ ਮੀਂਹ ਵੀ ਪੈ ਰਿਹਾ ਹੈ ਤੇ ਉਹ ਮਹੀਨੇ ਦੀ ਕਹਿਰਾਂ ਦੀ ਠੰਡ, ਉਹ ਰਾਤ ਫਿਰ ਵੀ ਸਰਸਾ ਦੇ ਘਾਟ ਤੇ ਕਲਗੀ ਵਾਲੇ ਪਾਤਸ਼ਾਹ, ਬਾਜਾਂ ਵਾਲੇ ਸਤਿਗੁਰੂ, ਅੰਮ੍ਰਿਤ ਦੇ ਦਾਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ 10ਵਾਂ ਜਾਮਾ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੰਘਾਂ ਨੂੰ ਕਹਿਣਾ ਵੀ ਸਿੰਘੋ ਨਿਤਨੇਮ ਦਾ ਸਮਾਂ ਹੈ ਤੇ ਨਿਤਨੇਮ ਕਰੀਏ। ਆਸਾ ਕੀ ਵਾਰ ਦਾ ਕੀਰਤਨ ਵੀ ਸਤਿਗੁਰੂ ਜੀ ਨੇ ਕੀਤਾ। ਤੋ ਸਤਿਗੁਰੂ ਜੀ ਦੇ ਦਰਬਾਰ ਅੰਦਰ ਹਰ ਰੋਜ਼ ਦੀ ਮਰਿਆਦਾ ਅਨੁਸਾਰ ਆਸਾ ਕੀ ਵਾਰ ਦਾ ਕੀਰਤਨ ਹੋਇਆ ਹੈ ਔਰ ਲੜੀਵਾਰ ਰੂਪ ਦੇ ਵਿੱਚ ਅੰਮ੍ਰਿਤ ਬਾਣੀ ਦੀ ਕਥਾ ਜੋ ਰਾਮਕਲੀ ਰਾਗ ਅੰਦਰ ਚੱਲ ਰਹੀ ਹੈ। ਰਾਮਕਲੀ ਰਾਗ ਗੁਰੂ ਕੀ ਬਾਣੀ ਦਾ 18ਵਾਂ ਰਾਗ ਹੈ। ਸਤਿਗੁਰੂ ਜੀ ਨੇ 31 ਰਾਗ ਰਾਗਣੀਆਂ ਲਿਖਵਾਏ ਹਨ, ਸ੍ਰੀ ਰਾਗ ਤੋਂ ਲੈ ਕਰਕੇ ਜੈਜਾਵੰਤੀ ਤੱਕ। ਪਹਿਲਾ ਸ੍ਰੀ ਰਾਗ ਹੈ, 31ਵਾਂ ਜੈਜਾਵੰਤੀ ਹੈ। ਸ੍ਰੀ ਰਾਗ ਮਾਝ, ਗੌੜੀ, ਆਸਾ, ਗੂਜਰੀ, ਦੇਵ ਗੰਧਾਰੀ, ਬਿਹਾਗੜਾ, ਵਡਹੰਸ, ਸੋਰਠ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੋਂਡ, ਰਾਮਕਲੀ, ਨਟ ਨਾਰਾਇਣ, ਮਾਲੀ ਗੌੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਵ, ਬਸੰਤ, ਸਾਰਗ, ਮਲਾਰ, ਕਾਨੜਾ, ਕਲਿਆਣ, ਪ੍ਰਭਾਤੀ ਅਤੇ ਜੈਜਾਵੰਤੀ। ਇਹ 31 ਰਾਗ ਰਾਗਣੀਆਂ ਹਨ। ਜੋ ਰਾਮਕਲੀ ਰਾਗ ਹੈ, ਇਸ ਦਾ 18ਵਾਂ ਸਥਾਨ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ। ਔਰ ਰਾਮਕਲੀ ਰਾਗ ਦੇ ਅੰਦਰ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ
ਆਨੰਦ ਸਾਹਿਬ ਬਾਣੀ ਉਚਾਰਨ ਕੀਤੀ ਹੈ। ਆਨੰਦ ਸਾਹਿਬ ਬਾਣੀ ਦੇ ਅੰਦਰ ਜੋ ਅੱਜ ਦਾ ਉਪਦੇਸ਼ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ, ਇਹ 21ਵੀਂ ਪੌੜੀ ਹੈ। ਵਾਹਿਗੁਰੂ ਗਰੀਬ ਨਵਾਜ ਸਤਿਗੁਰੂ 22ਵੀਂ ਪੌੜੀ ਦੇ ਅੰਦਰ ਬਖਸ਼ਿਸ਼ ਕਰ ਰਹੇ ਹਨ। 21 ਪੌੜੀਆਂ ਦੀ ਵਿਚਾਰ ਪਿੱਛੇ ਹੋ ਚੁੱਕੀ ਹੈ ਔਰ ਇਹ 22ਵੀਂ ਪੌੜੀ ਦੇ ਅੰਦਰ ਮਹਾਰਾਜ ਸਾਹਿਬ ਜੀ ਜੋ ਜੀਵ ਸਤਿਗੁਰੂ ਜੀ ਤੋਂ ਬੇਮੁਖ ਹੁੰਦਾ ਹੈ ਉਹਦੀ ਕੀ ਹਾਲਤ ਹੁੰਦੀ ਹੈ, ਇਹ ਗਰੀਬ ਨਵਾਜ ਸਾਹਿਬ ਜੀ ਆਨੰਦ ਸਾਹਿਬ ਦੀ 22ਵੀਂ ਪੌੜੀ ਦੇ ਅੰਦਰ ਕਿਰਪਾ ਕਰ ਰਹੇ ਹਨ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਜਿਨ੍ਹਾਂ ਸਤਿਗੁਰਾਂ ਦੀ ਮਹਿਮਾ ਕਹਿਣ ਕਥਨ ਤੋਂ ਬਾਹਰੀ ਹੈ। ਜਿਵੇਂ ਮੀਂਹ ਦੀਆਂ ਕਣੀਆਂ ਨਹੀਂ ਕੋਈ ਗਿਣ ਸਕਦਾ, ਜਿਵੇਂ ਬਨਸਪਤੀ ਨਹੀਂ ਗਿਣੀ ਜਾ ਸਕਦੀ, ਬਸੰਤ ਰੁੱਤ ਦੇ ਖਿੜੇ ਹੋਏ ਫੁੱਲ ਨਹੀਂ ਗਿਣੇ ਜਾ ਸਕਦੇ, ਕਿੰਨੇ ਕੁ ਧਰਤੀ ਤੇ ਖਿੜੇ ਹੋਏ ਹਨ। ਜਿਵੇਂ ਸੂਰਜ ਦੀਆਂ ਕਿਰਨਾਂ ਨਹੀਂ ਗਿਣੀਆਂ ਜਾ ਸਕਦੀਆਂ, ਚੰਦਰਮਾ ਦੀਆਂ ਰਿਸ਼ਮਾਂ ਨਹੀਂ ਗਿਣੀਆਂ ਜਾ ਸਕਦੀਆਂ, ਜਿਵੇਂ ਸਮੁੰਦਰ ਦੇ ਪੇਟ ਦੀ ਡੂੰਘਾਈ ਨਹੀਂ ਮਾਪੀ ਜਾ ਸਕਦੀ, ਜਿਵੇਂ ਗੰਗਾ ਦੀਆਂ ਲਹਿਰਾਂ ਕਿੰਨੀਆਂ ਕੁ ਪੈਂਦੀਆਂ ਹਨ ਜਦੋਂ ਉੱਚੇ ਪਹਾੜਾਂ ਤੋਂ ਥੱਲੇ ਵਗਦੀ ਹੈ, ਕੋਈ ਗਿਣ ਨਹੀਂ ਸਕਦਾ। ਇਸੇ ਤਰ੍ਹਾਂ ਕਹਿੰਦੇ ਇਹਨਾਂ ਨੂੰ ਤਾਂ ਕੋਈ ਗਿਣ ਲਵੇ ਤੇ ਸ਼ਾਇਦ ਗਿਣ ਹੀ ਲਵੇ, ਪਰ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਪ ਜੀ ਦੇ ਗੁਣ ਨਹੀਂ ਕੋਈ ਗਿਣ ਸਕਦਾ, ਆਪ ਜੀ ਦੀ ਮਹਿਮਾ ਨਹੀਂ ਕੋਈ ਬਿਆਨ ਸਕਦਾ। ਕਨ ਹਰ ਬੂੰਦ ਬਸੋ ਅਰੋ ਮਾਵਲ, ਕੁਸਮ ਬਸੰਤ ਗਨੰਤ ਨਾ ਆਵੈ, ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਭਲ ਉਨਹ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਜਿਸ ਧਰਤੀ ਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਪ ਜੀ ਦਾ ਦਰਸ਼ਨ ਪ੍ਰਾਪਤ ਹੋਵੇ, ਉਹ ਧਰਤੀ ਦੇ ਹੀ ਪਾਪ ਦੂਰ ਹੋ ਜਾਂਦੇ ਹਨ। ਗੁਰ ਅਮਰਦਾਸ ਪਰਸੀਐ ਕੋਹਮ ਪਾਤਕ ਵਿਨਾਸ਼ ਹੈ। ਕੋਹਮ ਨਾਮ ਧਰਤੀ ਦਾ ਹੈ, ਪਾਤਕ ਨਾਮ ਪਾਪਾਂ ਦਾ ਹੈ, ਵਿਨਾਸ਼ੇ ਨਾਮ ਨਾਸ ਹੋ ਜਾਂਦੇ ਹਨ। ਉਸ ਬੁੱਧੀ ਰੂਪੀ ਧਰਤੀ ਦੇ ਵੀ ਪਾਪ ਨਾਸ ਹੋ ਜਾਂਦੇ ਹਨ ਜਿਹੜੇ ਜੀਵ ਆਪ ਜੀ ਦਾ ਦਰਸ਼ਨ ਕਰਦੇ ਹਨ। ਉਹਨਾਂ ਦੀ ਬੁੱਧੀ ਵੀ ਪਾਪਾਂ ਤੋਂ ਰਹਿਤ ਹੋ ਜਾਂਦੀ ਹੈ। ਪ੍ਰਤੱਖ ਧਰਤੀ ਦੇ ਪਾਪ ਵੀ ਨਾਸ ਹੋ ਜਾਂਦੇ, ਜਿਵੇਂ ਗੋਇੰਦਵਾਲ ਸਾਹਿਬ ਨੂੰ ਆਪ ਜੀ ਨੇ ਪਵਿੱਤਰ ਕੀਤਾ ਹੈ, ਗੋਬਿੰਦ ਦੀ ਪੁਰੀ ਵਰਗੀ ਨਗਰੀ ਵਸਾਈ ਹੈ। ਗੁਰ ਅਮਰਦਾਸ ਪਰਸੀਐ ਕੋਹਮ ਪਾਤਕ ਵਿਨਾਸ਼ ਹੈ, ਗੁਰ ਅਮਰਦਾਸ ਪਰਸੀਐ ਸਿੱਧ ਸਾਧ ਕੇ ਆਸਾਸ ਹੈ, ਗੁਰ ਅਮਰਦਾਸ ਪਰਸੀਐ ਧਿਆਨ ਲਹੀਐ ਪਾਉ ਮੁਕੇ, ਗੁਰ ਅਮਰਦਾਸ ਪਰਸੀਐ ਅਭਾਉ ਲੱਭੈ ਕਉ ਚੁੱਕੇ। ਮਹਾਰਾਜ ਆਪ ਜੀ ਦਾ ਦਰਸ਼ਨ ਕਰਕੇ ਸਿੱਧ ਸਾਧਕ ਵੀ ਸੰਸਿਆ ਤੋਂ ਰਹਿਤ ਹੋ ਜਾਂਦੇ ਹਨ। ਧੰਨ ਗੁਰੂ ਅਮਰਦਾਸ ਸਾਹਿਬ ਜੀ ਆਪ ਜੀ ਦਾ ਦਰਸ਼ਨ ਪ੍ਰਾਪਤ ਕਰਕੇ ਮੁਕਤੀ ਪਾ ਲਈਦੀ ਹੈ, ਆਵਾ ਗੌਣ ਚੁੱਕਿਆ ਜਾਂਦਾ ਹੈ, ਨਿਵਰਤ ਹੋ ਜਾਂਦਾ ਹੈ। ਐਸੇ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਤੀਜੇ ਪਾਤਸ਼ਾਹ ਆਨੰਦ ਸਾਹਿਬ ਦੀ 22ਵੀਂ ਪੌੜੀ ਦੁਆਰਾ ਕਿਰਪਾ ਕਰਦੇ ਹਨ। ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੇ ਕੋ ਗੁਰ ਤੇ ਮੁਖ ਹੋਵੇ। हे ਭਾਈ, ਜੇ ਕੋਈ ਜੀਵ ਗੁਰੂ ਸਾਹਿਬ ਜੀ ਤੋਂ ਬੇਮੁਖ ਹੋ ਜਾਂਦਾ ਹੈ, ਆਪਣਾ ਮੂੰਹ ਮੋੜ ਲੈਂਦਾ ਹੈ, ਭਾਵ ਗੁਰੂ ਸਾਹਿਬ ਜੀ ਦੀ ਸਿੱਖਿਆ ਤੋਂ ਮੁਨਕਰ ਹੋ ਜਾਂਦਾ ਹੈ, ਗੁਰੂ ਸਾਹਿਬ ਜੀ ਦੀ ਸਿੱਖਿਆ ਨਹੀਂ ਧਾਰਨ ਕਰਦਾ ਹੈ, ਗੁਰੂ ਕੀ ਸਿੱਖੀ ਨੂੰ ਤਿਆਗ ਦਿੰਦਾ ਹੈ, ਆਪਣਾ ਮੁਖ ਮੋੜ ਲੈਂਦਾ ਹੈ। ਐਸਾ ਜੇ ਕੋਈ ਜੀਵ ਗੁਰੂ ਸਾਹਿਬ ਜੀ ਤੋਂ ਬੇਮੁਖ ਹੁੰਦਾ ਹੈ, ਸਰੀਰ ਕਰਕੇ ਵੀ ਮਹਾਰਾਜ ਸਾਹਿਬ ਜੀ ਦੇ ਸਨਮੁਖ ਨਹੀਂ ਹੁੰਦਾ ਹੈ, ਤੇ ਮਨ ਕਰਕੇ ਵੀ ਗੁਰੂ ਸਾਹਿਬ ਜੀ ਦੇ ਸਨਮੁਖ ਨਹੀਂ ਹੁੰਦਾ ਹੈ, ਮਨ ਕਰਕੇ ਵੀ ਮਨ ਦੀ ਮਰਜ਼ੀ ਕਰਦਾ ਹੈ। ਸਰੀਰ ਦੇ ਉੱਤੇ ਵੀ ਗੁਰੂ ਕੀ ਸਿੱਖੀ ਨਹੀਂ ਧਾਰਨ ਕਰਦਾ, ਕਿਉਂਕਿ ਸਰੀਰ ਉੱਤੇ ਵੀ ਗੁਰੂ ਕੀ ਸਿੱਖੀ ਧਾਰਨ ਕਰਨੀ ਪਵੇਗੀ, ਮਨ ਦੇ ਵਿੱਚ ਵੀ ਗੁਰੂ ਕੀ ਸਿੱਖੀ ਧਾਰਨ ਕਰਨੀ ਪਵੇਗੀ।
ਸਰੀਰ ਉੱਤੇ ਗੁਰੂ ਕੀ ਸਿੱਖੀ ਧਾਰਨ ਕਰਨੀ ਕੀ ਹੈ ਕਿ ਸਾਬਤ ਸੂਰ ਧੋਣਾ, ਦਸਤਾਰ ਬੰਨਣੀ, ਫਿਰ ਗੁਰੂ ਕਾ ਅੰਮ੍ਰਿਤ ਛਕ ਕੇ 5 ਕਕਾਰ ਧਾਰਨ ਕਰਨੇ। ਇਹ ਸਰੀਰ ਉੱਤੇ ਗੁਰੂ ਕੀ ਸਿੱਖਿਆ ਧਾਰਨ ਕਰਨੀ ਹੈ ਬਾਹਰੀ ਤੌਰ ਤੇ। ਜੋ ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਦੇ ਅੰਦਰ ਫਰਮਾਇਆ, ਸਾਬਤ ਸੂਰਤ ਦਸਤਾਰ ਸਿਰਾ। ਇਸੇ ਤਰ੍ਹਾਂ ਰਹਿਤਨਾਮਿਆਂ ਵਿੱਚ ਫਰਮਾਇਆ, ਸਾਬਤ ਸੂਰਤ ਸਿੱਧਾ ਦਾੜਾ, ਕਾਠ ਦਾ ਕੰਘਾ ਕੇਸੀ ਚਾੜਾ। ਸਾਬਤ ਸੂਰਤ ਹੋਵੇ, ਦਾੜਾ ਸਿੱਧਾ ਹੋਵੇ ਤੇ ਲੱਕੜ ਦਾ ਕੰਘਾ ਕੇਸਾਂ ਦੇ ਵਿੱਚ ਰੱਖਿਆ ਹੋਵੇ। ਭਾਵ 5 ਕਕਾਰ ਧਾਰਨ ਕੀਤੇ ਹੋਣ। 5 ਕਕਾਰ ਗੁਰੂ ਕੀ ਮਰਿਆਦਾ ਹੈ। ਸਭ ਤੋਂ ਪਹਿਲੀ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਸਿੱਖਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਚਰਨ ਪੌਲ ਦੁਆਰਾ। 9 ਪਾਤਸ਼ਾਹੀਆਂ ਨੇ ਚਰਨ ਪੌਲ ਬਖਸ਼ਿਸ਼ ਕੀਤੀ। ਚਰਨ ਧੋਏ ਰਹਿਰਾਸ ਕਰ, ਚਰਨਾਮ੍ਰਿਤ ਸਿੱਖਾਂ ਪੀ ਲਾਇਆ। 10ਵੇਂ ਪਾਤਸ਼ਾਹ ਜੀ ਨੇ ਵੀ ਕੁਝ ਸਾਲ ਚਰਨ ਪੌਲ ਬਖਸ਼ੀ ਸਿੱਖਾਂ ਨੂੰ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 1775 ਈਸਵੀ ਸਨ ਨੂੰ 1675 ਈਸਵੀ ਸਨ ਤੇ 1732 ਬਿਕਰਮੀ ਸੰਮਤ ਨੂੰ ਸਤਿਗੁਰੂ 9ਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਹੋਈ। ਔਰ 1675 ਤੋਂ ਲੈ ਕੇ 1699 ਤੱਕ ਜਿਨ੍ਹਾਂ ਨੂੰ ਸਿੱਖੀ ਮਹਾਰਾਜ ਨੇ ਬਖਸ਼ਿਸ਼ ਕੀਤੀ, 1732 ਬਿਕਰਮੀ ਸੰਮਤ ਤੋਂ ਲੈ ਕੇ 1756 ਬਿਕਰਮੀ ਸੰਮਤ ਤੱਕ ਇਹ ਵਿਚਲਾ ਅਰਸਾ ਜਿਨ੍ਹਾਂ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖੀ ਦਿੱਤੀ, ਉਹਨਾਂ ਨੂੰ ਚਰਨ ਪੌਲ ਬਖਸ਼ੀ। ਕਿਉਂਕਿ 1699 ਨੂੰ ਫਿਰ ਚਰਨ ਪੌਲ ਨੂੰ ਮਹਾਰਾਜ ਨੇ ਖੰਡੇ ਦੀ ਪੌਲ ਵਿੱਚ ਤਬਦੀਲ ਕੀਤਾ। ਫਿਰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ 1699 ਈਸਵੀ 30 ਮਾਰਚ ਨੂੰ। ਉਦੋਂ ਵਿਸਾਖੀ ਆਈ ਸੀ, ਵਿਸਾਖੀ ਵਾਲੇ ਦਿਨ। ਹੁਣ ਅਪ੍ਰੈਲ ਦੇ ਮਹੀਨੇ ਵਿੱਚ ਆਉਂਦੀ ਹੈ ਨਾ। ਇਤਿਹਾਸ ਵਿੱਚ ਲਿਖਿਆ ਵੀ ਉਦੋਂ 1699 ਦੀ ਵਿਸਾਖੀ 30 ਮਾਰਚ ਨੂੰ ਆਈ ਸੀ। 1756 ਬਿਕਰਮੀ ਸੰਮਤ ਪਹਿਲੀ ਵਿਸਾਖ ਜਦੋਂ ਖਾਲਸੇ ਦੀ ਸਾਜਨਾ ਕੀਤੀ ਤੇ ਫਿਰ ਚਰਨ ਪੌਲ ਨੂੰ ਮਹਾਰਾਜ ਨੇ ਖੰਡੇ ਬਾਟੇ ਦੇ ਅੰਮ੍ਰਿਤ ਵਿੱਚ ਤਬਦੀਲ ਕੀਤਾ। 5 ਬਾਣੀਆਂ ਪੜ੍ਹ ਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ। 5 ਸਿੱਖਾਂ ਦੇ ਸੀਸ ਲਏ। ਫਿਰ 5 ਨੂੰ 5 ਕਕਾਰ ਬਖਸ਼ ਕੇ ਅੰਮ੍ਰਿਤ ਦੀ ਦਾਤ ਦੇ ਕੇ ਆਖਿਆ, ਇਹ ਖਾਲਸਾ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮਹਿ ਹਉ ਕਰੋ ਨਿਵਾਸ। ਐਸੀ ਬਖਸ਼ਿਸ਼ ਕੀਤੀ ਮਹਾਰਾਜ ਸਾਹਿਬ ਨੇ। ਤਾਂ ਰਹਿਤਨਾਮੇ ਕਹਿੰਦੇ ਪਹਿਲੀ ਰਹਿਤ ਹੀ ਗੁਰੂ ਕਾ ਅੰਮ੍ਰਿਤ ਛਕਣਾ ਹੈ। ਪ੍ਰਥਮ ਰਹਿਤ ਜਹ ਜਾਨ, ਖੰਡੇ ਕੀ ਪਾਹੁਲ ਛਕੇ, ਸੋਈ ਸਿੰਘ ਪ੍ਰਧਾਨ ਅਵਰ ਪਾਹੁਲ ਜੋ ਨਾ ਲਏ। ਉਹ ਸਿੰਘ ਪ੍ਰਧਾਨ ਹੈ, ਗੁਰੂ ਘਰ ਵਿੱਚ ਪ੍ਰਵਾਨ ਹੈ, ਜਿਹੜਾ ਖੰਡੇ ਬਾਟੇ ਦਾ ਅੰਮ੍ਰਿਤ ਛਕਦਾ ਹੈ। ਤਾਂ ਬਾਹਰੀ ਸਿੱਖੀ ਕੀ ਹੈ? ਸਾਬਤ ਸੂਰਤ ਹੋਣਾ, ਦਸਤਾਰ ਸਜਾਉਣੀ ਔਰ ਗੁਰੂ ਕਾ ਅੰਮ੍ਰਿਤ ਛਕ ਕੇ 5 ਕਕਾਰਾਂ ਦੀ ਰਹਿਤ ਰੱਖਣੀ। ਇਹ ਤਨ ਦੇ ਉੱਤੇ ਸਿੱਖੀ ਧਾਰਨ ਕਰਨੀ ਪਵੇਗੀ, ਫਿਰ ਸਿੱਖ ਸਨਮੁਖ ਹੋਵੇਗਾ। ਤੇ ਅੰਦਰ ਦੀ ਸਿੱਖੀ ਕੀ ਹੈ? ਮਨ ਦੀ ਸਿੱਖੀ ਕੀ ਹੈ? ਕਿ ਗੁਰੂ ਕੀ ਬਾਣੀ ਦਾ ਪਾਠ ਕਰਨਾ, ਗੁਰੂ ਕੇ ਬਖਸ਼ਿਸ਼ ਕੀਤੇ ਹੋਏ ਮੂਲ ਮੰਤਰ ਗੁਰ ਮੰਤਰ ਦਾ ਜਾਪ ਕਰਨਾ, ਅਭਿਆਸ ਕਰਨਾ, ਮਨ ਦੇ ਵਿੱਚ ਗੁਰੂ ਕੀ ਸਿੱਖਿਆ ਧਾਰਨ ਕਰਨੀ, ਜੋ ਗੁਰੂ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਸਾਨੂੰ ਸਿੱਖਿਆ ਦਿੱਤੀ ਹੈ। ਤੇ ਉਹ ਸਿੱਖਿਆ ਅਸੀਂ ਤਾਂ ਹੀ ਧਾਰਨ ਕਰ ਸਕਾਂਗੇ ਜਦੋਂ ਗੁਰੂ ਕੀ ਬਾਣੀ ਪੜ੍ਹਾਂਗੇ, ਗੁਰੂ ਕੀ ਬਾਣੀ ਸੁਣਾਂਗੇ, ਗੁਰੂ ਕੀ ਬਾਣੀ ਮੰਨਾਂਗੇ, ਗੁਰੂ ਕੀ ਬਾਣੀ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਾਂਗੇ, ਕਮਾਵਾਂਗੇ, ਫਿਰ ਮਨ ਦੀ ਸਿੱਖੀ ਪ੍ਰਾਪਤ ਹੋਵੇਗੀ। ਤਾਂ ਜਿਸ ਨੇ ਤਨ ਦੀ ਸਿੱਖੀ ਵੀ ਤਿਆਗ ਦਿੱਤੀ, ਨਹੀਂ ਧਾਰਨ ਕੀਤੀ ਹੈ, ਮਨ ਵਿੱਚ ਵੀ ਗੁਰੂ ਕਾ ਉਪਦੇਸ਼ ਨਹੀਂ ਧਾਰਨ ਕੀਤਾ ਹੈ, ਐਸਾ ਜੀਵ ਫਿਰ ਬੇਮੁਖ ਹੋ ਜਾਂਦਾ ਹੈ। ਬੇਮੁਖ ਹੋਣ ਤੋਂ ਭਾਵ ਆਪਣਾ ਮੂੰਹ ਮੋੜ ਲਿਆ ਗੁਰੂ ਸਾਹਿਬ ਵੱਲੋਂ।
ਸਰੀਰ ਕਰਕੇ ਵੀ ਮੋੜ ਲਿਆ ਤੇ ਮਨ ਕਰਕੇ ਵੀ ਆਪਣਾ ਮੁਖ ਮੋੜ ਲਿਆ। ਗੁਰੂ ਕੀ ਸਿੱਖਿਆ ਤਿਆਗ ਦਿੱਤੀ ਹੈ। ਤੇ ਐਸਾ ਜਿਹੜਾ ਗੁਰੂ ਸਾਹਿਬ ਜੀ ਤੋਂ ਬੇਮੁਖ ਹੋਣ ਵਾਲਾ ਹੈ, ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਜੇ ਕੋਈ ਸਿੱਖ ਗੁਰੂ ਸਾਹਿਬ ਤੋਂ ਬੇਮੁਖ ਹੋ ਜਾਂਦਾ ਹੈ, ਭਾਵ ਗੁਰੂ ਕੀ ਸਿੱਖੀ ਤਿਆਗ ਦਿੰਦਾ ਹੈ, ਬਿਨ ਸਤਿਗੁਰ ਮੁਕਤ ਨਾ ਪਾਏ। ਬਿਨਾਂ ਸਤਿਗੁਰੂ ਜੀ ਦੇ ਉਪਦੇਸ਼ ਤੋਂ, ਬਿਨਾਂ ਸਤਿਗੁਰੂ ਜੀ ਦੀ ਕਿਰਪਾ ਤੋਂ ਫਿਰ ਸਿੱਖ ਮੁਕਤੀ ਨਹੀਂ ਪਾ ਸਕਦਾ। ਸੰਸਾਰ ਦਾ ਜੀਵ ਸਤਿਗੁਰੂ ਜੀ ਤੋਂ ਬਿਨਾਂ ਕਲਿਆਣ ਨਹੀਂ ਪਾ ਸਕਦਾ। ਕਲਿਆਣ ਦਾਤਾ, ਮੁਕਤੀ ਦਾਤਾ ਸਤਿਗੁਰੂ ਜੀ ਹੀ ਹਨ। ਜਿਵੇਂ ਭੱਟ ਸਾਹਿਬਾਨਾਂ ਨੇ ਆਖਿਆ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਪੂਰੇ ਗੁਰੂ ਦੇ ਉਪਦੇਸ਼ ਤੋਂ ਬਿਨਾਂ ਤੇ ਗਾੜਾ ਹਨੇਰਾ, ਘੁੱਪ ਹਨੇਰਾ। ਹਨੇਰੇ ਵਿੱਚ ਕੀ ਹੈ? ਰਸਤਾ ਨਹੀਂ ਦਿਸਦਾ। ਹਨੇਰੇ ਵਿੱਚ ਕੀ ਹੈ? ਰਾਹ ਭੁੱਲ ਜਾਂਦਾ। ਹਨੇਰੇ ਦੇ ਵਿੱਚ ਠੇਡੇ ਲੱਗਦੇ ਆ। ਹਨੇਰੇ ਦੇ ਵਿੱਚ ਟੋਏ 'ਚ ਡਿੱਗ ਪੈਂਦਾ ਹੈ। ਤੇ ਗੁਰੂ ਕੇ ਗਿਆਨ ਤੋਂ ਬਿਨਾਂ ਇਹ ਜੀਵ ਰਾਹ ਭੁੱਲ ਕੇ ਕੁਰਾਏ ਪਿਆ ਹੋਇਆ ਹੈ। ਗੁਰੂ ਕੇ ਉਪਦੇਸ਼ ਤੋਂ ਬਿਨਾਂ, ਗੁਰੂ ਕੇ ਉਪਦੇਸ਼ ਗਿਆਨ ਚਾਨਣ ਤੋਂ ਬਿਨਾਂ ਇਹ ਵਿਕਾਰਾਂ ਦੇ ਟੋਏ 'ਚ ਹੀ ਡਿੱਗਾ ਰਹਿੰਦਾ ਹੈ। ਇਹਨੂੰ ਧੱਕੇ ਧੋੜੇ ਹੀ ਪੈਂਦੇ ਰਹਿੰਦੇ, ਠੇਡੇ ਹੀ ਲੱਗਦੇ ਰਹਿੰਦੇ ਆ, ਕਿਉਂਕਿ ਰਸਤਾ ਦਿਸਦਾ ਨਹੀਂ ਹੈ। ਭੂਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰਵਡ ਭਾਗੀ ਪਾਇਆ। ਭੁੱਲਿਆਂ ਨੂੰ ਮਾਰਗ ਤਾਂ ਪੂਰੇ ਸਤਿਗੁਰੂ ਹੀ ਵਿਖਾਉਂਦੇ ਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਰੇ ਜਗਤ ਨੂੰ ਰਾਹ ਵਿਖਾਇਆ ਵੀ ਆਹ ਰਾਹ ਜਾਂਦਾ ਜੇ ਨਿਰੰਕਾਰ ਦੇ ਘਰ ਨੂੰ। ਧਰਮ ਦੀ ਕਿਰਤ ਕਰੋ, ਵੰਡ ਕੇ ਛਕੋ, ਨਾਮ ਜਪੋ, ਗੁਰੂ ਕੀ ਸਿੱਖਿਆ ਧਾਰਨ ਕਰੋ। ਤੇ ਮਹਾਰਾਜ ਸਾਹਿਬ ਜੀ ਨੇ ਗੁਰਮੁਖ ਨਾਮ ਦਾ ਇਸ਼ਨਾਨ, ਇਹ ਉਪਦੇਸ਼ ਦੇ ਕਰਕੇ ਭੁੱਲੇ ਹੋਏ ਇਸ ਜਗਤ ਨੂੰ ਰਸਤਾ ਵਿਖਾਇਆ। ਗੁਰੂ ਦੇ ਗਿਆਨ ਤੋਂ ਬਿਨਾਂ ਤੇ ਘੁੱਪ ਹਨੇਰਾ ਹੈ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਤੋਂ ਬਿਨਾਂ ਸਮਝ ਆਉਂਦੀ ਨਹੀਂ ਹੈ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਤੇ ਮੁਕਤੀ ਵੀ ਗੁਰੂ ਸਾਹਿਬ ਜੀ ਤੋਂ ਬਿਨਾਂ ਨਹੀਂ ਪ੍ਰਾਪਤ ਹੋ ਸਕਦੀ। ਇਸ ਕਰਕੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਹਨ, ਜੇ ਕੋਈ ਗੁਰੂ ਸਾਹਿਬ ਜੀ ਤੋਂ ਬੇਮੁਖ ਹੋ ਜਾਂਦਾ ਹੈ, ਗੁਰੂ ਕੀ ਸਿੱਖਿਆ ਤਿਆਗ ਦਿੰਦਾ ਹੈ, ਉਹ ਬਿਨਾਂ ਸਤਿਗੁਰੂ ਜੀ ਤੋਂ ਮੁਕਤੀ ਨਹੀਂ ਪਾ ਸਕਦਾ। ਸਤਿਗੁਰੂ ਜੀ ਦੀ ਜਦੋਂ ਕਿਰਪਾ ਹੁੰਦੀ ਹੈ, ਸਤਿਗੁਰੂ ਜੀ ਦੀ ਸਿੱਖਿਆ ਤੇ ਚੱਲਦਾ ਹੈ, ਗੁਰੂ ਕੀ ਮਿਹਰ ਦੀ ਨਿਗਾਹ ਨਾਲ ਹੀ ਜੀਵ ਨੂੰ ਮੁਕਤੀ ਮਿਲ ਸਕਦੀ ਹੈ। ਜਿਨ ਕੋ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਜਿਹਦੇ ਉੱਤੇ ਗੁਰੂ ਕੀ ਨਜ਼ਰ ਹੋ ਜਾਵੇ, ਉਹਨੂੰ ਸਤਿਗੁਰੂ ਮੁਕਤ ਕਰ ਦਿੰਦੇ। ਸਤਿਗੁਰੂ ਚਾਹੁਣ ਤੇ ਸਾਧ ਸੰਗਤ ਜੀ ਪਸ਼ੂਆਂ, ਪ੍ਰੇਤਾਂ ਤੇ ਮੁਗਧਾਂ ਤੇ ਮੂਰਖਾਂ ਨੂੰ ਵੀ ਮੁਕਤੀ ਦੇ ਦਿੰਦੇ ਆ। ਮਹਾਰਾਜ ਕਹਿੰਦੇ ਨਾ, ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੈ ਗੁਣ ਤੇਰੇ, ਗਾਵਤੇ ਉਧ ਰਹਿ ਸੁਣਤੇ ਉਧ ਰਹਿ ਬਿਨਸਹਿ ਪਾਪ ਘਨੇਰੇ, ਪਸ਼ੂ ਪ੍ਰੇਤ ਮੁਗਧ ਕਾ ਉਤਾਰੇ, ਪਾਹਨ ਪਾਰੇ ਉਤਾਰੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਤੁਸੀਂ ਪਸ਼ੂਆਂ ਦਾ ਵੀ ਉਧਾਰ ਕੀਤਾ, ਤੁਸੀਂ ਪ੍ਰੇਤਾਂ ਦਾ ਵੀ ਉਧਾਰ ਕੀਤਾ, ਤੁਸੀਂ ਮੁਗਧ ਨਾ ਮੂਰਖਾਂ ਦਾ, ਬੇਸਮਝਾਂ ਦਾ ਵੀ ਉਧਾਰ ਕੀਤਾ। ਪਸ਼ੂ ਪ੍ਰੇਤ ਮੁਗਧ ਕਾ ਉਤਾਰੇ, ਪਾਹਨ ਪਾਰੇ ਉਤਾਰੇ। ਮਹਾਰਾਜ ਤੁਸੀਂ ਪਾਹਨ ਪੱਥਰਾਂ ਦਾ ਵੀ ਉਧਾਰ ਕਰ ਦਿੱਤਾ, ਤੁਸੀਂ ਡੁੱਬਦੇ ਪੱਥਰ ਵੀ ਤਾਰ ਦਿੱਤੇ। ਜਿੱਥੇ ਪ੍ਰਤੱਖ ਵੀ ਮਹਾਰਾਜ ਸਾਹਿਬ ਜੀ ਇਹਨਾਂ ਦਾ ਉਧਾਰ ਕਰਨ ਵਾਲੇ, ਉੱਥੇ ਅੰਤਰੀਵ ਭਾਵ ਇਹ ਵੀ ਰੱਖਿਆ ਹੈ ਕਿ ਮਨੁੱਖ ਹੀ, ਪਸ਼ੂ ਬਿਰਤੀ ਵੀ ਇਹਦੇ ਵਿੱਚ ਹੈ, ਪ੍ਰੇਤ ਬਿਰਤੀ ਵੀ ਮਨੁੱਖ ਦੇ ਵਿੱਚ ਹੈ, ਮੁਗਧ ਵੀ ਇਹ ਹੈ, ਤੇ ਪਾਹਣ ਦੀ ਤਰ੍ਹਾਂ ਕਰੜਾ ਕਠੋਰ ਵੀ ਮਨੁੱਖ ਹੈ। ਐਸੇ ਪੱਥਰ ਵਰਗਿਆਂ ਨੂੰ ਵੀ ਮਹਾਰਾਜ ਤੁਸੀਂ ਤਾਰ ਦਿੱਤਾ। ਪੱਥਰ ਹੁੰਦਾ ਕਰੜਾ, ਤੇ ਮਹਾਰਾਜ ਨੇ ਬਾਣੀ ਚ ਆਖਿਆ ਵੀ ਪਾਣੀ ਚ ਜਿੰਨਾ ਮਰਜੀ ਪੱਥਰ ਨੂੰ ਰੱਖ ਦੋ, ਨਹੀਂ ਭਿੱਜਦਾ। ਬਾਹਰ ਕੱਢੋ, ਫਿਰ ਸੁੱਕੇ ਦਾ ਸੁੱਕਾ ਹੀ। ਤੇ ਪੱਥਰ ਵਰਗਾ ਕਰੜਾ ਸੁਭਾਅ ਆ,
ਉਹ ਗੁਰੂ ਕੀ ਸਿੱਖਿਆ ਫਿਰ ਉੱਥੇ ਮਹਾਰਾਜ ਸਾਹਿਬ ਜੀ ਕਿਰਪਾ ਕਰਕੇ ਉਹ ਕਰੜੇ ਸੁਭਾਅ ਵਾਲੇ ਨੂੰ ਵੀ ਤਾਰ ਦਿੰਦੇ। ਜਿਹੜਾ ਕਠੋਰ ਚਿੱਤ ਹੈ, ਕਰੜਾ ਸੁਭਾਅ ਹੈ, ਨਹੀਂ ਮੰਨਦਾ, ਨਹੀਂ ਦਰਵਦਾ ਹੈ, ਨਹੀਂ ਨਰਮ ਹੁੰਦਾ ਹੈ, ਪਰ ਮਹਾਰਾਜ ਸਾਹਿਬ ਜੀ ਕਿਰਪਾ ਕਰਕੇ ਪੱਥਰ ਬਿਰਤੀ ਵਾਲੇ ਨੂੰ ਵੀ ਤਾਰ ਦਿੰਦੇ। ਜਿੱਥੇ ਪ੍ਰਤੱਖ ਪਸ਼ੂਆਂ ਤੇ ਪ੍ਰੇਤਾਂ ਦਾ ਉਧਾਰ ਮਹਾਰਾਜ ਸਾਹਿਬ ਜੀ ਨੇ ਕੀਤਾ ਤੇ ਗੁਰੂ ਸਾਹਿਬ ਜੀ ਕਰਨ ਦੀ ਸਮਰੱਥਾ ਰੱਖਦੇ ਆ, ਉੱਥੇ ਗੁਰਬਾਣੀ ਅੰਦਰ ਮਨੁੱਖ ਅੰਦਰ ਹੀ ਆਖਿਆ ਵੀ ਪਸ਼ੂ ਬਿਰਤੀ ਵੀ ਇਹਦੇ ਵਿੱਚ ਹੈ। ਪਸ਼ੂ ਦਾ ਸੁਭਾਅ ਕੀ ਹੁੰਦਾ ਹੈ? ਖਾਈ ਜਾਣਾ, ਖਾਈ ਜਾਣਾ, ਇਹ ਪਸ਼ੂ ਦਾ ਸੁਭਾਅ ਹੈ। ਉਹ ਰੱਜਿਆ ਹੋਵੇ ਨਾ ਫਿਰ ਵੀ ਮੂੰਹ ਮਾਰੀ ਜਾਂਦਾ ਪਸ਼ੂ, ਸਾਰੀ ਦਿਹਾੜੀ ਖੁਰਲੀ ਭਰੀ ਰਹਿੰਦੀ ਉਹਦੀ। ਇਹ ਇੱਕ ਲੱਛਣ ਹੈ ਪਸ਼ੂ ਦਾ। ਫਿਰ ਇੱਕ ਇਸ ਤਰ੍ਹਾਂ ਹੈ ਵੀ ਖਾ ਕੇ ਤੇ ਫਿਰ ਸੌਂ ਜਾਣਾ, ਇਹ ਵੀ ਪਸ਼ੂ ਦੇ ਵਿੱਚ ਹੈ। ਫਿਰ ਆਖਿਆ ਹੈ 4 ਜਿਹੜੇ ਲੱਛਣ ਵਾ ਉਹ ਪਸ਼ੂ ਦੇ ਗਿਣੇ ਆ ਗ੍ਰੰਥਕਾਰਾਂ ਨੇ। ਇੱਕ ਖਾਣਾ, ਇੱਕ ਸੌਣਾ, ਤੇ ਇੱਕ ਵੀ ਪਸ਼ੂਆਂ ਦੇ ਬੱਚੇ ਹੁੰਦੇ ਆ, ਕਹਿੰਦੇ ਵੀ ਇਹ ਵੀ ਉਹਦੇ ਵਿੱਚ ਚੱਲਦਾ ਸਿਲਸਿਲਾ। ਤੇ ਚੌਥੀ ਗੱਲ ਹੈ ਵੀ ਡਰਨਾ ਤੇ ਡਰਾਉਣਾ। ਨਿੰਦਰਾ ਭੋਜਨ ਭੋਗ ਭੈ, ਇਹ ਪਸ ਪੁਰਖ ਸਮਾਨ, ਨਰਨ ਗਿਆਨ ਨਿਜ ਅਦਕਤਾ ਗਿਆਨ ਬਿਨਾ ਪਸ ਸਮਾਨ। ਕਹਿੰਦੇ ਵੀ ਗਿਆਨ ਤੋਂ ਬਿਨਾ ਮਨੁੱਖ ਜਿਹੜਾ ਵਾ ਇਹ ਪਸ਼ੂ ਵਰਗਾ ਹੀ ਆ। ਖਾਂਦਾ ਪਸ਼ੂ ਵੀ ਆ, ਖਾਂਦਾ ਮਨੁੱਖ ਵੀ ਆ। ਪਸ਼ੂ ਵੀ ਰੱਜਦਾ ਨਹੀਂ, ਜਿੰਨੇ ਮਰਜ਼ੀ ਪੱਠੇ ਪਾਈ ਜਾਓ, ਪਾਉਣ ਵਾਲਾ ਤੇ ਥੱਕ ਜਾਵੇਗਾ। ਉਹ ਨਹੀਂ ਕਹਿੰਦੇ ਵੀ ਅਸੀਂ ਰੱਜ ਗਏ, ਕਹਿੰਦੇ ਲਈ ਜਾ ਹੋਰ, ਹਰੇ ਪਾ ਹੋਰ। ਖਾਣਾ ਇਹ ਵੀ ਬਰਾਬਰ ਵੀ ਮਨੁੱਖ ਵੀ ਖਾਈ ਜਾਂਦਾ। ਇੱਕ ਥਾਂ ਤੇ ਤਾਂ ਬਾਣੀ ਚ ਮਹਾਰਾਜ ਨੇ ਇਹ ਗੱਲ ਕਹਿ ਦਿੱਤੀ ਵੀ ਤੇਰੇ ਨਾਲੋਂ ਬੰਦਿਆ ਪਸ਼ੂ ਵੀ ਚੰਗਾ, ਵੀ ਉਹ ਖਾਂਦਾ ਤੇ ਤੂੜੀ ਤੰਦਾ, ਪੱਠੇ ਖਾਂਦਾ, ਫਿਰ ਵੀ ਦੁੱਧ ਦਿੰਦਾ, ਤੇ ਤੂੰ 36 ਪ੍ਰਕਾਰ ਦੇ ਭੋਜਨ ਖਾਨਾ ਤੇ ਗੰਦਗੀ ਪੈਦਾ ਕਰਦਾ। ਬਚਨ ਲਿਖਿਆ ਬਾਣੀ ਦੇ ਵਿੱਚ, ਕਈਆਂ ਥਾਵਾਂ ਤੇ ਬੜੇ ਕਰੜੇ ਬਚਨ ਹੈ ਤਾਂ ਸੱਚੇ, ਉਂਝ ਆਪਾਂ ਕਰੜੇ ਕਹਿ ਦਿੰਨੇ ਆ। ਕਈ ਵਾਰੀ ਐਸੇ ਬਚਨ ਝੱਲਣੇ ਔਖੇ ਹੋ ਜਾਂਦੇ ਨੇ। ਮਹਾਰਾਜ ਪ੍ਰੇਮ ਨਾਲ ਵੀ ਸਮਝਾਉਂਦੇ ਆ, ਤੇ ਗਰੀਬ ਨਵਾਜ ਸਾਹਿਬ ਜੀ ਝਿੜਕ ਕੇ ਵੀ ਸਮਝਾ ਦਿੰਦੇ ਆ। ਮਾਂ ਪਿਓ ਜੋ ਹੋਇਆ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਤੇ ਮਾਂ ਪਿਓ ਬੱਚੇ ਨੂੰ ਪ੍ਰੇਮ ਨਾਲ ਵੀ ਸਮਝਾਉਂਦਾ ਹੁੰਦਾ, ਜੇ ਨਾ ਸਮਝੇ ਤੇ ਮੂੰਹ ਤੇ ਚਪੇੜ ਮਾਰ ਕੇ ਵੀ ਸਮਝਾ ਦਿੰਦੇ। ਫਰਜ਼ ਹੁੰਦਾ ਮਾਂ ਪਿਓ ਦਾ ਬੱਚੇ ਨੂੰ ਸਿੱਧੇ ਰਾਹੇ ਪਾਉਣਾ, ਭਾਵੇਂ ਪ੍ਰੇਮ ਨਾਲ ਪਾਵੇ, ਭਾਵੇਂ ਲਾਡ ਉਲਡਾ ਕੇ ਪਾਵੇ, ਤੇ ਭਾਵੇਂ ਮੂੰਹ ਲਾਲ ਕਰ ਦੇਵੇ ਉਹਦਾ। ਇਸ ਕਰਕੇ ਗੁਰੂ ਸਾਹਿਬ ਜੀ ਨੇ ਐਸੇ ਬਚਨ ਵੀ ਕਹੇ, ਕਹਿੰਦੇ ਪਸ਼ੂ ਮਿਲਹਿ ਚੰਗਿਆਈਆਂ, ਖੜ ਖਾਵਹਿ ਅੰਮ੍ਰਿਤ ਦੇਹ। ਇੱਥੇ ਅੰਮ੍ਰਿਤ ਦੁੱਧ ਨੂੰ ਆਖਿਆ, ਇਹ ਨਹੀਂ ਵੀ ਖੰਡੇ ਬਾਟੇ ਦਾ ਅੰਮ੍ਰਿਤ ਦਿੰਦੇ ਹੋ ਕਿਤੇ। ਅੰਮ੍ਰਿਤ ਦਾ ਅਰਥ ਇੱਥੇ ਦੁੱਧ ਹੈ। ਪਸ਼ੂ ਮਿਲਹਿ ਚੰਗਿਆਈਆਂ, ਖੜ ਖਾਵਹਿ ਅੰਮ੍ਰਿਤ ਦੇਹ। ਦੁੱਧ ਨੂੰ ਅੰਮ੍ਰਿਤ ਭਲਾ ਕਿਉਂ ਆਖਿਆ ਹੈ? ਅੰਮ੍ਰਿਤ ਉਹ ਹੁੰਦਾ ਹੈ ਜਿਹਦੇ ਤੋਂ ਜੀਵਨ ਮਿਲਦਾ ਹੈ, ਤੇ ਦੁੱਧ ਵੀ ਜੀਵਨ ਹੀ ਦਿੰਦਾ ਹੈ। ਦੁੱਧ ਪੀਣ ਦੇ ਨਾਲ ਵੀ ਮਨੁੱਖ ਜਿਉਂਦਾ ਰਹਿੰਦਾ ਹੈ। ਦੁੱਧ ਕਿੰਨੀ ਮਾਤਰਾ ਵਿੱਚ ਸੰਸਾਰ ਵਿੱਚ ਪੀਤਾ ਜਾਂਦਾ ਹੈ। ਭਾਵੇਂ ਕੋਈ ਚਾਹ ਬਣਾ ਕੇ ਪੀਵੇ, ਭਾਵੇਂ ਕੋਈ ਗਰਮ ਜਲ ਬਣਾ ਕੇ ਪੀਵੇ, ਭਾਵੇਂ ਇਕੱਲਾ ਦੁੱਧ ਪੀਵੇ। ਦੁੱਧ ਕਿੰਨੇ ਤਰੀਕਿਆਂ ਨਾਲ ਪੀਤਾ ਜਾਂਦਾ। ਭਾਵੇਂ ਦੁੱਧ ਦਾ ਦਹੀਂ ਬਣਾ ਕੇ ਕੋਈ ਛਕ ਲਵੇ, ਭਾਵੇਂ ਲੱਸੀ ਬਣਾ ਕੇ ਛਕ ਲਵੇ, ਭਾਵੇਂ ਮੱਖਣ ਬਣਾ ਕੇ ਪ੍ਰਸ਼ਾਦੇ ਚੋਪੜ ਲਵੇ, ਸਬਜ਼ੀ 'ਚ ਪਾ ਕੇ ਛਕ ਲਏ, ਭਾਵੇਂ ਘਿਓ ਕੱਢ ਕੇ ਛਕ ਲਏ। ਕਿੰਨੀ ਮਾਤਰਾ ਹੀ ਦੁੱਧ ਵਰਤਿਆ ਜਾਂਦਾ। ਇਸ ਕਰਕੇ ਦੁੱਧ ਨੂੰ ਅੰਮ੍ਰਿਤ ਆਖਿਆ ਹੈ। ਅੰਮ੍ਰਿਤ ਦਾ ਅਰਥ ਇੱਥੇ ਦੁੱਧ ਹੀ ਹੈ। ਪਸ਼ੂ ਮਿਲਹਿ ਚੰਗਿਆਈਆਂ, ਖੜ ਖਾਵਹਿ, ਸੁੱਕੇ ਟਾਂਡੇ ਖਾਂਦਾ ਹੈ, ਪੱਠੇ ਖਾਂਦਾ ਹੈ, ਤੇ ਅੰਮ੍ਰਿਤ ਦੇਹ। ਅਗਲਾ ਬਚਨ ਕੀਤਾ, ਬੰਦਿਆ ਤੇਰੇ ਨਾਲ ਤੇ ਪਸ਼ੂ ਚੰਗਾ, ਵੀ ਪੱਠੇ ਖਾ ਕੇ ਦੁੱਧ ਦੇ ਦਿੰਦਾ। ਨਾਮ ਵਿਹੂਣੇ ਆਦਮੀ, ਧ੍ਰਿਗ ਜੀਵਨ ਕਰਮ ਕਰੇ। ਆਖਿਆ ਜੇ ਤੂੰ ਨਾਮ ਤੋਂ ਵੀ ਹੋਣਾ ਹੈ ਨਾ, ਨਾਮ ਨਹੀਂ ਜਪਦਾ, ਤੇਰੇ ਨਾਲੋਂ ਪਸ਼ੂ ਚੰਗੇ। ਫਿਰ ਤੇਰੇ ਕਰਮਾਂ ਨੂੰ ਤਰਕਾਰ ਹੈ। ਤਾਂ ਕੁਝ ਗੱਲਾਂ ਮਨੁੱਖ ਵਿੱਚ ਤੇ ਪਸ਼ੂ ਵਿੱਚ ਬਰਾਬਰ। ਉਹਦੇ 'ਚ ਪਹਿਲੀ ਗੱਲ ਖਾਣ ਦੀ, ਸ਼ਾਸਤਰਕਾਰ ਕਹਿੰਦੇ ਹਨ ਵੀ ਪਸ਼ੂ ਵੀ ਖਾਂਦਾ ਹੈ, ਮਨੁੱਖ ਵੀ ਖਾਂਦਾ। ਉਹ ਵੱਖਰੀ ਗੱਲ, ਉਹ ਪੱਠੇ ਖਾਂਦਾ, ਇਹ ਪ੍ਰਸ਼ਾਦੇ ਛਕਦਾ ਹੈ, ਖਾਂਦਾ ਤੇ ਹੈ ਨਾ।
ਨਿੰਦਰਾ ਸੌਣਾ ਕਹਿੰਦੇ ਬਰਾਬਰ ਹੈ। ਪਸ਼ੂ ਵੀ ਰੱਜ ਪੁੱਜ ਕੇ ਸੌਂ ਲੈਂਦੇ ਆ ਝੱਟ, ਬੰਦਾ ਵੀ ਸੌਂ ਲੈਂਦਾ ਹੈ। ਨਿੰਦਰਾ ਭੋਜਨ ਭੋਗ ਕਹਿੰਦੇ ਭੋਗ ਵੀ ਬਰਾਬਰ ਹੀ ਹੈ। ਪਸ਼ੂ ਵੀ ਭੋਗ ਭੋਗਦਾ ਏ ਤੇ ਇਹ ਬੰਦਾ ਹੋ ਕੇ ਵੀ ਭੋਗ ਭੋਗੀ ਜਾਂਦਾ ਹੈ। ਬੱਚੇ ਪਸ਼ੂਆਂ ਦੇ ਵੀ ਹਨ, ਮੱਝਾਂ ਗਾਵਾਂ ਦੇ ਵੀ, ਕੱਟੀਆਂ ਵਛੀਆਂ ਕੱਟੇ ਵਛੇ, ਤੇ ਬੱਚੇ ਮਨੁੱਖ ਦੇ ਵੀ ਆ। ਜੇ ਮਨੁੱਖ ਆਖੇ ਨਾ ਮੈਂ ਭੋਗ ਭੋਗ ਲੈਣਾ ਇਸ ਕਰਕੇ ਮੈਂ ਵੱਡਾ ਇਨਸਾਨ ਆ, ਮਾਰੇ ਕਹਿੰਦੇ ਨਹੀਂ, ਇਹ ਸਿਲਸਿਲਾ ਬਾਕੀ ਜੁਨਾਂ 'ਚ ਵੀ ਚੱਲਦਾ ਰਹਿੰਦਾ, ਉਹਨਾਂ ਦੇ ਵੀ ਬੱਚੇ ਹੁੰਦੇ ਆ। ਨਿੰਦਰਾ ਭੋਜਨ ਭੋਗ। ਚੌਥੀ ਗੱਲ ਲਿਖੀ ਭੈ, ਵੀ ਡਰਨਾ ਡਰਾਉਣਾ ਇਹ ਮਨੁੱਖ ਦੇ ਵਿੱਚ ਵੀ ਇਹ ਕੰਮ ਹੈ, ਇਹ ਪਸ਼ੂਆਂ ਵਿੱਚ ਵੀ ਹੈ। ਉਹ ਮੱਝਾਂ ਗਾਵਾਂ ਵੀ ਆਪਸ ਵਿੱਚ ਭਿੜ ਪੈਂਦੀਆਂ, ਝੋਟੇ ਵੀ ਭਿੜ ਪੈਂਦੇ ਆ, ਬਲਦ ਵੀ ਭਿੜ ਪੈਂਦੇ ਆਪਸ ਦੇ ਵਿੱਚ। ਆ ਪਿੰਡਾਂ ਦੇ ਵਿੱਚ ਅੱਗੇ ਲੋਕ ਮੱਝਾਂ ਚਾਰਦੇ ਹੁੰਦੇ ਸੀ ਤੇ ਮਾਲੀ ਬੜਾ ਭਿੜਦੇ ਹੁੰਦੇ ਸੀ। ਝੋਟੇ ਵੀ ਬੜੇ ਲੜਦੇ, ਸੰਡਾ ਸੰਡੇ ਦਾ ਵੈਰੀ, ਉਹ ਆਪਸ ਦੇ ਵਿੱਚ ਲੜੀ ਜਾਂਦੇ, ਡਾਂਗਾਂ ਟੁੱਟ ਜਾਂਦੀਆਂ ਛਡਾਉਣ ਵਾਲਿਆਂ ਦੀਆਂ। ਉਹ ਇੱਕ ਦੂਜੇ ਦੇ ਕਈ ਵਾਰੀ ਤੇ ਕਈ ਮਰ ਵੀ ਜਾਂਦੇ ਇੰਜ ਭਿੜਦਿਆਂ ਭਿੜਦਿਆਂ। ਤੇ ਉਹ ਇਸ ਤਰ੍ਹਾਂ ਦੀ ਹਾਲਤ ਵੀ ਜੇ ਬੰਦਾ ਆਖੇ ਵੀ ਮੈਂ ਕਿਸੇ ਨੂੰ ਡਰਾ ਲੈਣਾ ਵੀ ਦਾਬਾ ਦੂਬਾ ਮੇਰਾ ਬੜਾ ਚੱਲਦਾ, ਤੇ ਸਾਧੂ ਜਨ ਕਹਿੰਦੇ ਵੀ ਇਹ ਤਾਂ ਪਸ਼ੂ ਵੀ ਕਰਦੇ ਕੰਮ, ਜੇ ਤੂੰ ਕਰ ਲੈਣਾ ਕਿੰਨਾ ਕੁ ਵੱਡਾ ਹੋ ਗਿਆ। ਵੀ ਇਹ ਤਾਂ ਪਸ਼ੂ ਵੀ ਤਕੜਾ, ਪਸ਼ੂ ਮਾੜੇ ਨੂੰ ਅੱਗੇ ਲਾ ਲੈਂਦਾ। ਤੇ ਇਸ ਤਰੀਕੇ ਦੇ ਨਾਲ ਪਸ਼ੂਆਂ ਵਿੱਚ ਵੀ ਚੱਲਦਾ ਰਹਿੰਦਾ ਕੰਮ। ਤੇ ਜੇ ਬੰਦਾ ਇੱਕ ਦੂਜੇ ਤੋਂ ਇੱਕ ਤੋਂ ਡਰ ਲੈਂਦਾ ਜਾਂ ਦੂਜੇ ਨੂੰ ਡਰਾ ਲੈਂਦਾ, ਇਹ ਕੋਈ ਵੱਡੀ ਗੱਲ ਨਹੀਂ ਹੈ। ਜਿਹੜਾ ਗਿਆਨਵਾਨ ਹੈ ਉਹ ਨਾ ਕਿਸੇ ਤੋਂ ਡਰਦਾ ਹੈ ਤੇ ਨਾ ਕਿਸੇ ਨੂੰ ਡਰਾਉਂਦਾ ਹੈ। ਗਿਆਨਵਾਨ ਦਾ ਲੱਛਣ ਇਹ ਕੀਤਾ ਮਹਾਰਾਜ। ਨਵੇਂ ਪਾਤਸ਼ਾਹ ਦੇ ਭੋਗ ਦੇ ਸਲੋਕਾਂ 'ਚ ਆਪਾਂ ਸੁਣਦੇ ਹਾਂ, ਪੜ੍ਹਦੇ ਹਾਂ, ਭੈ ਕਾਹੂ ਕਉ ਦੇਤ ਨਹਿ ਭੈ ਮਾਨ ਤੇ ਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਸਿਆਣਾ ਇਨਸਾਨ, ਗਿਆਨਵਾਨ, ਗੁਰਮੁਖ, ਉਹ ਕਿਸੇ ਨੂੰ ਡਰਾਉਂਦਾ ਵੀ ਨਹੀਂ ਤੇ ਕਿਸੇ ਤੋਂ ਡਰਦਾ ਵੀ ਨਹੀਂ। ਭਗਤ ਕਬੀਰ ਸਾਹਿਬ ਜੀ ਨੇ ਵੀ ਆਖਿਆ, ਕਹਿੰਦੇ ਜੇ ਕਿਸੇ ਤੋਂ ਤੂੰ ਡਰਨਾ ਨਹੀਂ ਚਾਹੁੰਦਾ ਨਾ, ਫਿਰ ਕਿਸੇ ਨੂੰ ਡਰਾ ਵੀ ਨਾ। ਆਪ ਨਾ ਡਰੋ ਨਾ ਅਵਰ ਡਰਾਵੋ। ਤਾਂ ਇਹ ਕੁਝ ਗੱਲਾਂ ਜਿਹੜੀਆਂ ਇਹ ਮਨੁੱਖ ਦੇ ਵਿੱਚ ਤੇ ਪਸ਼ੂ ਦੇ ਵਿੱਚ ਬਰਾਬਰ ਹੈ। ਤੇ ਮਨੁੱਖ ਵਿੱਚ ਵਾਧਾ ਕੀ ਹੈ? ਕਹਿੰਦੇ ਨਰਨ ਗਿਆਨ ਨਿਜ ਅਧਿਕਤਾ ਗਿਆਨ ਬਿਨਾ ਪਸਮਾਨ। ਮਨੁੱਖ ਦੇ ਵਿੱਚ ਜੇ ਵਧੀਕਤਾ ਉਹ ਗਿਆਨ ਦੀ ਹੈ, ਤੇ ਗਿਆਨ ਉਹ ਜਿਹੜਾ ਗੁਰੂ ਸਾਹਿਬ ਦੇ ਪਾਸੋਂ ਮਿਲਦਾ ਹੈ। ਸੰਸਾਰੀ ਗਿਆਨ ਤੇ ਸੁਤੇ ਸਿੱਧ ਜਿਹੜਾ ਮਿਲ ਹੀ ਜਾਂਦਾ ਹੈ, ਪਰ ਵਿਸ਼ੇਸ਼ ਗਿਆਨ, ਆਪਣੀ ਆਤਮਾ ਦਾ ਗਿਆਨ, ਆਪਣੇ ਸਰੀਰ ਦਾ ਗਿਆਨ, ਸਰੀਰ ਦਾ ਗਿਆਨ ਵੀ ਅਸਲ ਵਿੱਚ ਗੁਰੂ ਸਾਹਿਬ ਦੇ ਕੋਲੋਂ ਹੀ ਮਿਲਦਾ ਹੈ। ਉਂਝ ਸੁਤੇ ਸਿੱਧ ਵੀ ਸਾਨੂੰ ਮਿਲਦਾ ਹੈ, ਜਨਮ ਤੋਂ ਇਹ ਗਿਆਨ ਹੁੰਦਾ ਹੈ ਸਰੀਰ ਦਾ, ਖਾਣ ਪੀਣ ਵੇਖਣ ਦਾ, ਪਰ ਅਸਲੀਅਤ ਵਿੱਚ ਇਹ ਸਾਰਾ ਹੀ ਗਿਆਨ ਤਨ ਦਾ ਤੇ ਮਨ ਦਾ ਤੇ ਆਤਮਾ ਦਾ ਇਹ ਗੁਰੂ ਸਾਹਿਬ ਦੇ ਕੋਲੋਂ ਹੀ ਮਿਲਦਾ ਹੈ। ਸਤਿਗੁਰੂ ਗਰੀਬ ਨਵਾਜ ਜੀ ਇਹ ਗਿਆਨ ਬਖਸ਼ਦੇ ਹਨ। ਤਾਂ ਹੀ ਆਖਿਆ ਗੁਰ ਬਿਨ ਘੋਰੇ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਵੇਖਣ ਦੀ ਸਮਝ ਵੀ ਗੁਰੂ ਤੋਂ ਬਿਨਾਂ ਨਹੀਂ ਆ ਸਕਦੀ। ਸਤਿਗੁਰੂ ਹੀ ਕਹਿੰਦੇ ਆ, ਇਹ ਨੇਤਰ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਸਤਿਗੁਰੂ ਹੀ ਕਹਿੰਦੇ ਹਨ, ਪਰ ਤੇਰਾ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ, ਕਰਨ ਨਾ ਸੁਨੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ, ਗੁਰ ਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਬਾਸਨਾ ਮਨ ਤੇ ਟਰੈ, ਇੰਦਰੀ ਜਿਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮੱਧੇ ਕੋ ਐਸਾ ਅਪਰਸ। ਵੇਖਣ ਦਾ ਗਿਆਨ ਵੀ ਅਸਲ ਵਿੱਚ ਗੁਰੂ ਸਾਹਿਬ ਹੀ ਦਿੰਦੇ ਆ, ਕੀ ਵੇਖਣਾ ਕਿਵੇਂ ਵੇਖਣਾ। ਸੁਣਨ ਦਾ ਗਿਆਨ ਵੀ ਗੁਰੂ ਸਾਹਿਬ ਹੀ ਦਿੰਦੇ ਆ। ਸਤਿਗੁਰੂ ਹੀ ਕਹਿੰਦੇ ਆ, ਇਹ ਸ਼ਰਵਣ ਹੋ ਮੇਰੇ ਹੋ, ਸਾਚੈ ਸੁਣਨੈ ਨੋ ਪਠਾਏ, ਸਾਚੈ ਸੁਣਨੈ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ, ਸੱਚ ਅਲਖ ਵਿਡਾਣੀ, ਤਾਕੀ ਗਤ ਕਹੀ ਨਾ ਜਾਏ, ਕਹੈ ਨਾਨਕ ਅੰਮ੍ਰਿਤ ਨਾਮ ਸੁਨਹੁ ਪਵਿੱਤਰ ਹੋਵਹੁ, ਸਾਚੈ ਸੁਣਨੈ ਨੋ ਪਠਾਏ। ਸੁਣਨ ਦਾ ਗਿਆਨ ਵੀ ਗੁਰੂ ਸਾਹਿਬ ਹੀ ਦਿੰਦੇ। ਕਹਿੰਦੇ ਵੀ ਉਹ ਸੁਣ ਜਿਸ ਦੇ ਨਾਲ ਤੇਰੀ ਕਲਿਆਣ ਹੋਵੇ। ਨਾਮ ਬਾਣੀ ਸੁਣ ਵਡ ਭਾਗੀਆ,
ਹਰਿ ਅੰਮ੍ਰਿਤ ਬਾਣੀ RAM ਜਿਨ ਕਉ ਕਰਮ ਲਿਖੀ ਤਿਸ ਹਿਰਦੈ ਸਮਾਣੀ RAM ਅਕਥ ਕਹਾਣੀ ਤਿਨੀ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ ਅਮਰ ਥੀਆ ਫਿਰ ਨਾ ਮੂਆ ਕਲ ਕਲੇਸਾ ਦੁਖ ਹਰੇ ਹਰ ਸਰਨ ਪਾਈ ਤਜ ਨਾ ਜਾਈ ਪ੍ਰਭ ਪ੍ਰੀਤ ਮਨ ਤਨ ਭਾਣੀ ਬਿਨਵੰਤ ਨਾਨਕ ਸਦਾ ਗਾਈਐ ਪਵਿੱਤਰ ਅੰਮ੍ਰਿਤ ਬਾਣੀ। ਫਿਰ ਮਹਾਰਾਜ ਰਸਨਾ ਨੂੰ ਵੀ ਬੋਲਣ ਦਾ ਗਿਆਨ। ਫਿੱਕਾ ਬੋਲੇਗਾ, ਕੌੜਾ ਬੋਲੇਗਾ, ਝੂਠ ਬੋਲੇਗਾ, ਅਸਤ ਬੋਲੇਗਾ ਤੇ ਮਹਾਰਾਜ ਕਹਿੰਦੇ ਇਹ ਦੁਖਦਾਈ ਹੈ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਤਨ ਵੀ ਫਿੱਕਾ ਹੋ ਜਾਵੇਗਾ, ਮਨ ਵੀ ਫਿੱਕਾ ਹੋ ਜਾਵੇਗਾ, ਕੋਈ ਰਸ ਨਹੀਂ ਰਹਿ ਜਾਵੇਗਾ। ਤੋ ਗਰੀਬ ਨਵਾਜ਼ ਸਾਹਿਬ ਜੀ ਨੇ ਇਹ ਖਾਣ ਦਾ ਗਿਆਨ ਵੀ ਬਖਸ਼ਿਆ। ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਧੈ ਤਨ ਪੀੜੀਐ ਮਨ ਮਹਿ ਚੱਲੈ ਵਿਕਾਰ। ਪਹਿਨਣ ਦਾ ਗਿਆਨ ਵੀ ਗੁਰੂ ਸਾਹਿਬ ਕੋਲੋਂ ਹੀ ਮਿਲਦਾ ਹੈ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿਤ ਪੈਧੈ ਤਨ ਪੀੜੀਐ ਮਨ ਮਹਿ ਚੱਲੈ ਵਿਕਾਰ। ਇੱਕ ਇੱਕ ਪੱਖ ਦਾ ਗਿਆਨ, ਸਰੀਰਕ ਗਿਆਨ ਵੀ ਗੁਰੂ ਜੀ ਨੇ ਦਿੱਤਾ। ਵੇਖਣਾ, ਬੋਲਣਾ, ਰਸਨਾ ਨੂੰ ਗਿਆਨ ਦਿੱਤਾ। ਇਹ ਰਸਨਾ ਤੂੰ ਅੰਦਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ। ਹੋਰਤ ਕਿਤੈ ਜਿਚਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ ਪੀਏ, ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੇ ਆਏ। ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ। ਕਹੈ ਨਾਨਕ ਹੋਰ ਅਨ ਰਸ ਸਭ ਵੀਸਰੇ ਜਾਂ ਹਰ ਵਸੈ ਮਨ ਆਏ। ਤਾਂ ਮੁਕਤੀ ਕੀ ਹੈ? ਬੰਧਨਾਂ ਤੋਂ ਛੁੱਟ ਜਾਣਾ ਮੁਕਤੀ ਹੈ। ਇੱਥੇ ਮਹਾਰਾਜ ਕਹਿ ਰਹੇ ਹਨ ਬਿਨ ਸਤਿਗੁਰ ਮੁਕਤ ਨਾ ਪਾਵੈ। ਵੀ ਗੁਰੂ ਕੇ ਗਿਆਨ ਤੋਂ ਬਿਨਾ ਜੀਵ ਹਨੇਰੇ ਵਿੱਚ ਰਹਿੰਦਾ ਤੇ ਹਨੇਰੇ ਵਿੱਚ ਬੰਧਨ ਹੈ। ਗੁਰੂ ਕੇ ਗਿਆਨ ਤੋਂ ਬਿਨਾ ਮੁਕਤੀ ਨਹੀਂ ਪ੍ਰਾਪਤ ਹੋ ਸਕਦੀ। ਬਿਨ ਸਤਿਗੁਰ ਮੁਕਤ ਨਾ ਪਾਵੈ। ਸਤਿਗੁਰੂ ਜੀ ਦੀ ਸ਼ਰਨ ਆਏ ਤੋਂ ਬਿਨਾ, ਸਤਿਗੁਰੂ ਜੀ ਦੀ ਸਿੱਖਿਆ ਗ੍ਰਹਿਣ ਕੀਤੇ ਤੋਂ ਬਿਨਾ ਜੀਵ ਦੇ ਬੰਧਨ ਨਹੀਂ ਕੱਟੇ ਜਾ ਸਕਦੇ। ਵੇਖਣ ਦੇ ਬੰਧਨ ਪੈ ਰਹਿੰਦੇ, ਸੁਣਨ ਦੇ ਬੰਧਨ ਪੈ ਰਹਿੰਦੇ, ਬੋਲਣ ਦੇ, ਖਾਣ ਦੇ ਵੀ ਬੰਧਨ ਪੈ ਰਹਿੰਦੇ। ਬੇਮਰਿਆਦਾ ਖਾਂਦਾ ਹੈ, ਬੇਮਰਿਆਦਾ ਵੇਖਦਾ ਹੈ, ਬੇਮਰਿਆਦਾ ਸੁਣਦਾ ਹੈ, ਬੇਮਰਿਆਦਾ ਤੁਰਦਾ ਹੈ, ਬੇਮਰਿਆਦਾ ਕਰਦਾ ਹੈ। ਅਨੇਕ ਤਰ੍ਹਾਂ ਦੇ ਬੰਧਨ, ਉਸਤਤੀ ਦੇ ਬੰਧਨ ਵੀ ਆ, ਨਿੰਦਿਆ ਦੇ ਬੰਧਨ ਵੀ ਆ, ਝੂਠ, ਨਿੰਦਿਆ, ਚੁਗਲੀ, ਈਰਖਾ, ਵਕੀਲੀ, ਕਿੰਨੀ ਤਰ੍ਹਾਂ ਦੇ ਬੰਧਨ ਆ। ਵਕਾਰਾਂ ਦੇ ਬੰਧਨ, ਕੁਰੀਤੀਆਂ ਦੇ ਬੰਧਨ, ਕੁਰੈਤਾਂ ਦੇ ਬੰਧਨ। ਇਹ ਸਾਰੇ ਬੰਧਨਾਂ ਦੇ ਜਾਲ, ਸਾਰੇ ਬੰਧਨਾਂ ਦੇ ਜੰਗਲ, ਔਗਣਾਂ ਦੇ ਜਿਹੜੇ ਸੰਗਲ ਹਨ, ਇਹ ਬੰਧਨਾਂ ਦੇ ਸੰਗਲ ਸਤਿਗੁਰੂ ਹੀ ਕੱਟਦੇ ਆ। ਨਾਨਕੇ ਔਗਣ ਜੇਤੜੇ ਤੇਤੇ ਗਲੀ ਜੰਜੀਰ, ਇਹ ਜਿੰਨੇ ਜੰਜੀਰ ਪਏ ਹੋਏ ਆ, ਇਹ ਸਤਿਗੁਰੂ ਜੀ ਦਾ ਉਪਦੇਸ਼ ਹੀ ਸਾਰੇ ਸੰਗਲ ਕੱਟਦਾ। ਸਾਰੇ ਬੰਧਨ ਮਹਾਰਾਜ ਹੀ ਕੱਟਦੇ। ਤਾਂ ਗਰੀਬ ਨਵਾਜ ਕਹਿੰਦੇ ਬਿਨ ਸਤਿਗੁਰ ਮੁਕਤ ਨਾ ਪਾਵੈ। ਬਿਨਾਂ ਸਤਿਗੁਰੂ ਜੀ ਤੋਂ ਮੁਕਤੀ ਨਹੀਂ ਪ੍ਰਾਪਤ ਹੁੰਦੀ। ਜਿਹੜਾ ਗੁਰੂ ਤੋਂ ਬੇਮੁਖ ਹੋ ਜਾਂਦਾ ਹੈ, ਆਪਣਾ ਮੂੰਹ ਮੋੜ ਲੈਂਦਾ ਹੈ, ਗੁਰੂ ਕੀ ਸਿੱਖਿਆ ਨਹੀਂ ਗ੍ਰਹਿਣ ਕਰਦਾ ਹੈ। ਆਵੈ ਮੁਕਤ ਨਾ ਹੋਰ ਥੈ ਕੋਈ। ਸਤਿਗੁਰੂ ਜੀ ਦਾ ਦਰ ਛੱਡ ਕਰਕੇ ਹੋਰ ਥਾਵਾਂ ਤੇ ਵੀ ਭਾਵੇਂ ਕੋਈ ਚਲੇ ਜਾਵੇ ਨਾ, ਕਿਸੇ ਦੇਵੀ, ਕਿਸੇ ਦੇਵਤੇ ਦੇ ਦਰ ਤੇ, ਕਿਸੇ ਕਬਰ ਮੜੀ ਮੱਟ ਤੇ, ਕਿਤੇ ਹੋਰ ਥਾਂ ਤੇ, ਸਤਿਗੁਰੂ ਤੋਂ ਬਿਨਾ ਹੋਰ ਥਾਂ ਤੇ ਜਾ ਕੇ ਵੀ ਕੋਈ ਮੁਕਤੀ ਨਹੀਂ ਪਾ ਸਕਦਾ। ਮੁਕਤੀ ਨਹੀਂ ਪ੍ਰਾਪਤ ਹੋ ਸਕਦੀ। ਬੰਧਨ ਨਹੀਂ ਕੱਟੇ ਜਾਣਗੇ, ਸਤਿਗੁਰੂ ਹੀ ਮੁਕਤੀ ਦੇਣਗੇ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਸ ਵੇਲੇ ਦਇਆ ਦੇ ਘਰ ਵਿੱਚ ਆਉਂਦੇ ਆ ਤੇ ਫਿਰ ਬੰਧਨ ਕੱਟ ਕੇ ਮੁਕਤੀ ਦਿੰਦੇ। ਮਹਾਰਾਜ ਜਾ ਰਹੇ ਸੰਸਾਰ ਨੂੰ ਤਾਰਦੇ ਹੋਏ। ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਸਤਿਗੁਰੂ ਜੀ ਦੇ ਨਾਲ। ਹੈਫਜ਼ਾਬਾਦ ਵਾਲੀ ਜਨਮ ਸਾਖੀ ਵਿੱਚ ਲਿਖਿਆ ਹੈ। ਤੇ ਖੇਤਾਂ ਦੇ ਵਿੱਚ ਇੱਕ ਬਜ਼ੁਰਗ ਆਪਣੇ ਪੁੱਤਰਾਂ ਨੂੰ ਝਿੜਕ ਰਿਹਾ ਸੀ। ਉਹ ਹਲ ਵਾਹ ਰਹੇ ਸੀ। ਉਹਨਾਂ ਦਿਨਾਂ 'ਚ ਬਲਦਾਂ ਦੇ ਨਾਲ ਹਲ ਵਾਹਿਆ ਜਾਂਦਾ ਸੀ ਨਾ, ਬਲਦਾਂ ਦੇ ਨਾਲ ਜੋਤਾ ਲਾ ਰਹੇ ਸੀ। ਤੇ ਉਹ ਝਿੜਕ ਰਿਹਾ ਵੀ ਤੁਸੀਂ ਚੰਗੀ ਤਰ੍ਹਾਂ ਕੰਮ ਨਹੀਂ ਕਰਦੇ, ਜਿੱਦਣ ਮੈਂ ਮਰ ਗਿਆ ਤੁਹਾਡਾ ਕੀ ਬਣੇਗਾ। ਸਤਿਗੁਰੂ ਜੀ ਦਇਆ ਦੇ ਘਰ ਵਿੱਚ ਆਏ ਤੇ ਉਹ ਬਜ਼ੁਰਗ ਕੋਲੇ ਚਲੇ ਗਏ। ਕਹਿਣ ਲੱਗੇ, ਬਜ਼ੁਰਗੋ ਤੁਹਾਡੀ ਕਲਿਆਣ ਕਰ ਦਈਏ, ਤੁਹਾਨੂੰ ਮੁਕਤੀ ਦੇ ਦਈਏ। ਕਹਿੰਦਾ ਨਾ ਬਾਬਾ ਨਾ, ਮੈਂ ਨਹੀਂ ਮੁਕਤੀ ਲੈਣੀ, ਇੱਕ ਮੈਂ ਮਰ ਜਾਵਾਂਗਾ।
ਤੇ ਮੈਂ ਤੇ ਘਰ ਦਾ ਸਾਰਾ ਕੰਮਕਾਰ ਸੰਭਾਲਿਆ, ਮੇਰੇ ਸਿਰ ਤੇ ਘਰ ਚੱਲਦਾ। ਹਰ ਕੋਈ ਇਸ ਤਰ੍ਹਾਂ ਹੀ ਕਹਿੰਦਾ ਨਾ ਵੀ ਮੇਰੇ ਸਿਰ ਤੇ ਘਰ ਚੱਲਦਾ। ਵੱਡੇ ਵਡੇਰੇ ਵੀ ਇੰਝ ਹੀ ਕਹਿੰਦੇ ਰਹੇ, ਹੁਣ ਆਪਾਂ ਵੀ ਇੰਝ ਹੀ ਕਹਿੰਦੇ ਆ, ਆਉਣ ਵਾਲਿਆਂ ਨੇ ਵੀ ਇਸ ਤਰ੍ਹਾਂ ਹੀ ਕਹਿਣਾ, ਪਰ ਘਰ ਘਰ ਚੱਲੀ ਜਾਣੇ ਆ। ਇਹ ਭੁਲੇਖਾ ਜਿਹਾ ਹੀ ਹੁੰਦਾ ਵਾ ਵੀ ਜੇ ਮੈਂ ਨਾ ਹੋਇਆ ਤਾਂ ਸ਼ਾਇਦ ਮੱਸਿਆ ਲੱਗਣੋਂ ਹਟ ਜਾਣੀ ਆ, ਇਹ ਲੱਗਦੀ ਰਹਿਣੀ। ਤਾਂ ਉਹ ਕਹਿਣ ਲੱਗਾ ਬਜ਼ੁਰਗ ਵੀ ਮੇਰੇ ਕਰਕੇ ਤੇ ਘਰ ਚੱਲਦਾ ਹੈ। ਉਹਦਾ ਖਿਆਲ ਵੀ ਮੁਕਤੀ ਮਾਰਨ ਨੂੰ ਹੀ ਕਹਿੰਦੇ ਆ। ਆਮ ਕਰਕੇ ਸੰਸਾਰ ਵਿੱਚ ਵੀ ਇਸ ਤਰ੍ਹਾਂ ਹੀ ਖਿਆਲ ਕੀਤਾ ਜਾਂਦਾ ਵੀ ਮਰਨ ਤੋਂ ਬਾਅਦ ਹੀ ਮੁਕਤ ਹੁੰਦਾ। ਹਾਂ, ਮਰਨ ਤੋਂ ਬਾਅਦ ਵੀ ਮੁਕਤੀ ਉਸੇ ਨੂੰ ਹੀ ਮਿਲਦੀ ਹੈ ਜਿਹੜਾ ਜਿਉਂਦਿਆਂ ਮੁਕਤ ਹੁੰਦਾ। ਸਤਿਗੁਰੂ ਬਗਰੋਂ ਵੀ ਦੇ ਦਿੰਦੇ ਤਾਂ ਮਹਾਰਾਜ ਦੀ ਮੌਜ ਆ, ਭਾਵੇਂ ਜਿਉਂਦਿਆਂ ਮੁਕਤੀ ਦੇ ਦੇਣ ਤੇ ਭਾਵੇਂ ਮਰਨ ਤੋਂ ਮਗਰੋਂ ਦੇਣ। ਜਿਉਂਦਿਆਂ ਵੀ ਦੇ ਦਿੰਦੇ ਆ ਤੇ ਮਗਰੋਂ ਵੀ ਦੇ ਦਿੰਦੇ ਆ। ਪਰ ਸਤਿਗੁਰੂ ਜੀ ਆਪਣੇ ਗੁਰਸਿੱਖਾਂ ਨੂੰ ਜਿਉਂਦਿਆਂ ਮੁਕਤੀ ਦਿੰਦੇ, ਤੇ ਜਿਹੜੇ ਜਿਉਂਦਿਆਂ ਮੁਕਤ ਹੋ ਗਏ ਔਗਣਾਂ ਤੋਂ, ਪਾਪਾਂ ਤੋਂ, ਵਿਕਾਰਾਂ ਤੋਂ, ਸਰੀਰ ਤਿਆਗਣ ਤੋਂ ਬਾਅਦ ਤੇ ਉਹਨਾਂ ਮੁਕਤ ਹੋਣਾ ਹੀ ਹੋਣਾ ਹੈ। ਭਗਤਾਂ ਨੇ ਜਿਉਂਦਿਆਂ ਹੀ ਮੁਕਤੀ ਲਈ। ਉਹਨਾਂ ਨੇ ਕਹਿ ਵੀ ਦਿੱਤਾ ਵੀ ਜੇ ਹੁਣ ਨਾ ਮੁਕਤੀ ਦਿੱਤੀ, ਹੁਣ ਨਾ ਸਹਾਇਤਾ ਕੀਤੀ, ਹੁਣ ਨਾ ਰੱਖਿਆ ਕੀਤੀ, ਤੇ ਮਰਨ ਤੋਂ ਮਗਰੋਂ ਮੁਕਤੀ ਕਿਹਨੇ ਵੇਖਣੀ ਸਾਡੀ। ਇਹ ਭਗਤਾਂ ਦੀ ਐਸੀ ਅਵਸਥਾ। ਭਗਤ ਜੀ ਨੇ ਆਖਿਆ ਨਾ, ਮਰਨ ਮੁਕਤ ਕਿਨ ਪਾਈ। ਉਹ ਭਗਤ ਨਾਮਦੇਵ ਜੀ ਨੇ ਸਿੱਧਾ ਹੀ ਕਹਿ ਦਿੱਤਾ ਸੀ ਵਾਹਿਗੁਰੂ ਪਰਮੇਸ਼ਰ ਨੂੰ, ਕਹਿੰਦੇ ਜੇ ਹੁਣ ਨਾ ਰੱਖਿਆ ਕੀਤੀ, ਹੁਣ ਤੇ ਮੰਦਰ ਚੋਂ ਧੱਕੇ ਵੱਜਦੇ ਆ। ਮੂਏ ਹੁਏ ਜੋ ਮੁਕਤ ਦੇ ਹੋਗੇ, ਮੁਕਤ ਨਾ ਜਾਣੈ ਕੋਇਲਾ। ਫਿਰ ਕਿਸੇ ਨੇ ਮੁਕਤੀ ਨਹੀਂ ਜਾਣਨੀ, ਹੁਣ ਕਰ ਜੇ ਕੁਝ ਕਰਨਾ ਹੀ ਤੇ ਫਿਰ ਘੁਮਾ ਕੇ ਮੰਦਰ ਕਰ ਦਿੱਤਾ ਸੀ ਨਾਮਦੇਵ ਸਾਹਿਬ ਜੀ ਵੱਲੇ। ਫੇਰ ਦਿਆ ਦੇਹੁਰਾ ਨਾਮੇ ਕੋ ਪੰਡੀਅਨ ਕੋ ਪਿਛਵਾਰ ਲਾ। ਉਹ ਬਜ਼ੁਰਗ ਨੇ ਆਖਿਆ ਵੀ ਬਾਬਾ ਨਹੀਂ, ਮੈਂ ਮੁਕਤੀ ਨਹੀਂ ਲੈਣੀ। ਮਹਾਰਾਜ ਕਹਿੰਦੇ ਚੰਗਾ ਤੇਰੀ ਮਰਜ਼ੀ ਹੈ, ਪਰ ਤੇਰੇ ਤੇ ਹੁਣ ਸਾਡੀ ਨਿਗਾਹ ਹੈ, ਤੈਨੂੰ ਮੁਕਤ ਤੇ ਜ਼ਰੂਰ ਕਰਾਂਗੇ। ਹੁਣ ਨਹੀਂ ਲੈਂਦਾ ਫੇਰ ਦੇ ਦੇਵਾਂਗੇ। ਮਹਾਰਾਜ ਚਲੇ ਗਏ ਸੰਸਾਰ ਨੂੰ ਤਾਰਨ ਵਾਸਤੇ। ਉਸੇ ਸਾਲ ਹੀ ਉਹ ਚੜ੍ਹਾਈ ਕਰ ਗਿਆ ਬਜ਼ੁਰਗ। ਉਹਦੇ ਸਵਾਸ ਪੂਰੇ ਹੋ ਗਏ, ਸਮਾਂ ਆ ਗਿਆ। ਹਮ ਆਦਮੀ ਹੈ ਇੱਕਦਮੀ ਮੋਹਲਤ ਮੋਹਤ ਨਾ ਜਾਣਾ, ਨਾਨਕ ਬਿਨਵੈ ਤਿਸੈ ਸਰੇਵਹੁ ਜਾ ਕੇ ਜੀ ਪ੍ਰਾਣਾ। ਕੀ ਪਤਾ ਕਿਹੜੇ ਵੇਲੇ ਸਮਾਂ ਆਉਣਾ। ਉਹਦਾ ਸਮਾਂ ਬਜ਼ੁਰਗ ਦਾ ਆ ਗਿਆ, ਉਹ ਚੜ੍ਹਾਈ ਕਰ ਗਿਆ। ਉਹਦਾ ਨਾ ਮੋਹ ਬਲਦਾਂ ਵਿੱਚ ਬੜਾ ਸੀ। ਪੁਰਾਣੇ ਬਜ਼ੁਰਗ ਬਲਦਾਂ ਦੇ ਨਾਲ ਖੇਤੀ ਕਰਦੇ ਹੁੰਦੇ ਸੀ, ਉਹਨਾਂ ਨੂੰ ਬੜੀ ਸਾਂਭ ਸੰਭਾਲ ਕਰਦੇ ਸੀ ਬਲਦਾਂ ਦੀ। ਉਹ ਬਲਦਾਂ ਵਿੱਚ ਬੜਾ ਮੋਹ, ਸੁਰਤੀ ਹਰ ਵੇਲੇ ਬਲਦਾਂ ਵਿੱਚ ਰਹਿੰਦੀ ਸੀ। ਮਰ ਕੇ ਤੇ ਬਲਦ ਬਣਿਆ ਆਪਦੇ ਘਰੀ। ਇਹ ਲਿਖਿਆ ਜਨਮ ਸਾਖੀ ਦੇ ਵਿੱਚ ਹੈ, ਫੈਜ਼ਾਬਾਦ ਵਾਲੀ ਜਨਮ ਸਾਖੀ 'ਚ। ਉਹ ਮਰ ਕੇ ਜਦੋਂ ਬਲਦ ਬਣਿਆ ਤੇ 3 ਸਾਲਾਂ ਦਾ ਵੱਛਾ ਤਿਆਰ ਹੋ ਹੀ ਜਾਂਦਾ ਵਾ, 3-4 ਸਾਲਾਂ ਦਾ ਜੂਣ ਵਾਲਾ ਹੋ ਜਾਂਦਾ। ਉਹ ਕੁਝ ਸਾਲਾਂ ਬਾਅਦ ਜਦੋਂ ਬਾਬਾ ਜੀ ਫੇਰ ਆਏ ਉਸੇ ਥਾਂ ਤੇ ਉਹ ਬਲਦ ਬਣਿਆ ਹੋਇਆ ਤੇ ਉਹਦੇ ਪੁੱਤਰ ਹੀ ਉਹਨੂੰ ਵਾਹ ਰਹੇ। ਪੰਜਾਲੀ ਦੇ ਅੱਗੇ ਜੋਇਆ ਉਸੇ ਬਜ਼ੁਰਗ ਨੂੰ। ਕਦੀ 4-5 ਸਾਲ ਪਹਿਲਾਂ ਆਪ ਉੱਥੇ ਖਲੋ ਕਰਕੇ ਬਲਦਾਂ ਨੂੰ ਆਉਂਦਾ ਸੀ, ਫਿਰ ਬਲਦ ਦੀ ਜੂਨ 'ਚ ਪੈ ਕੇ ਤੇ ਆਪ ਪੰਜਾਲੀ ਦੇ ਅੱਗੇ ਜੁੱਪਾ ਪਿਆ। ਸਤਿਗੁਰੂ ਫੇਰ ਆਏ। ਉਹ ਪੁੱਤਰਾਂ ਨੂੰ ਪੁੱਛਣ ਲੱਗੇ ਤੁਹਾਡਾ ਬਜ਼ੁਰਗ ਕਿੱਥੇ ਆ? ਕਹਿਣ ਲੱਗੇ ਜੀ ਇਹ ਤਾਂ ਉਦੋਂ ਜਦੋਂ ਤੁਸੀਂ ਆਏ ਸੀ ਉਸੇ ਸਾਲ ਹੀ ਸਾਡੇ ਪਿਤਾ ਜੀ ਚੜ੍ਹਾਈ ਕਰ ਗਏ। ਮਾਰੇ ਕਹਿੰਦੇ ਹੁਣ ਬਲਦ ਦੀ ਜੂਨ 'ਚ ਪਿਆ, ਤੁਸੀਂ ਉਹਨੂੰ ਜੋਰ ਹੈ ਜੇ ਪੰਜਾਲੀ ਅੱਗੇ। ਉਹ ਬਲਦ ਦੇ ਕੋਲੇ ਮਾਰੇ ਗਏ, ਉਹਦੀ ਸੁਰਤੀ ਨੂੰ ਜਗਾਇਆ। ਉਹਨੂੰ ਕਹਿਣ ਲੱਗੇ ਬਜ਼ੁਰਗਾ ਤੇਰੇ ਕੋਲੇ ਉਦੋਂ ਆਏ ਸਾਂ ਵੀ ਤੇਰੀ ਕਲਿਆਣ ਕਰ ਦਈਏ, ਤੇ ਤੂੰ ਉਦੋਂ ਮੰਨਿਆ ਨਹੀਂ, ਤੇ ਹੁਣ ਤੇਰੀ ਮੁਕਤੀ ਕਰ ਦਈਏ। ਹੁਣ ਤਾਂ ਤੂੰ ਬਲਦ ਦੀ ਜੂਨ 'ਚ ਪਿਆ, ਵੇਖ ਪੰਜਾਲੀ ਤੇਰੇ ਉੱਤੇ ਆ। ਕਹਿਣ ਲੱਗਾ ਨਹੀਂ, ਇੱਕ ਮੈਨੂੰ ਮਾਰੋਗੇ, ਇੱਕ ਮੈਂ ਮਰਾਂਗਾ, ਮੇਰੇ ਪੁੱਤਾਂ ਨੂੰ ਘਾਟਾ ਪਵੇਗਾ, ਇੱਕ ਮੇਰੇ ਥਾਂ ਤੇ ਹੋਰ ਲਿਆਉਣਾ ਪਵੇਗਾ ਇਹਨਾਂ ਨੂੰ। ਇਸ ਕਰਕੇ ਮੈਂ ਹੁਣ ਘਰ ਦਾ ਕੰਮਕਾਰ ਕਰਦਾ ਵਾਂ, ਹਲ ਵਾਹੁਣਾ ਵਾਂ, ਮੈਨੂੰ ਮੁਕਤੀ ਨਹੀਂ ਚਾਹੀਦੀ। ਮੋਹ ਕਿੰਨਾ ਪ੍ਰਬਲ ਹੈ, ਔਰ ਇਹਨਾਂ ਜੂਨਾਂ 'ਚ ਪੈਣਾ ਪੈਂਦਾ ਹੈ ਗੁਰੂ ਤੋਂ ਬੇਮੁਖ ਹੋ ਕਰਕੇ। ਗੁਰੂ ਕੀ ਸਿੱਖਿਆ ਜੇ ਨਾ ਧਾਰਨ ਕਰੀਏ, ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਬ੍ਰਿਖ ਨਾਮ ਬਲਦ ਦਾ ਵਾ। ਬਲਦ ਬਣ ਕੇ ਜੁਪਣਾ ਪੈਂਦਾ ਹਲ ਦੇ ਅੱਗੇ, ਗੱਡੇ ਦੇ ਅੱਗੇ, ਪੰਜਾਲੀ ਦੇ ਅੱਗੇ। ਇਸ ਤਰ੍ਹਾਂ ਦੀ ਹਾਲਤ ਹੁੰਦੀ ਹੈ। ਭਗਤ ਕਬੀਰ ਸਾਹਿਬ ਦਾ ਵੀ ਇੱਕ ਬਚਨ ਆਉਂਦਾ,
ਉਹਨਾਂ ਨੇ ਇਸ ਤਰੀਕੇ ਨਾਲ ਬਚਨ ਉਚਾਰਨ ਕੀਤਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਨਾ ਕਲਯੁਗ ਦਾ ਪ੍ਰਭਾਵ ਬੜਾ ਵੱਧ ਜਾਣਾ ਤੇ ਲੋਕਾਂ ਨੇ, ਗਿਆਨੀਆਂ ਨੇ ਆਪਣੇ ਤਰੀਕੇ ਨਾਲ ਹੀ ਗਿਆਨ ਘੁੱਟਣਾ, ਇਹਨਾਂ ਕਹਿਣਾ ਵੀ ਨਹੀਂ ਬੰਦਾ ਮਰ ਕੇ ਜੂਨਾਂ 'ਚ ਨਹੀਂ ਜਾਂਦਾ। ਤੇ ਭਗਤ ਜੀ ਨੇ ਆਪਣੇ ਸ਼ਬਦ 'ਚ ਸਿੱਧਾ ਪਸ਼ੂ ਨਹੀਂ ਆਖਿਆ, ਪਸ਼ੂ ਦੇ ਲੱਛਣ ਦੱਸੇ ਵੀ ਇਸ ਤਰ੍ਹਾਂ ਦਾ ਪਸ਼ੂ ਹੁੰਦਾ। ਕਹਿੰਦੇ ਵੀ ਬੰਦਿਆ ਜੇ ਤੂੰ ਨਾਮ ਨਾ ਜਪਿਆ ਤੇ ਤੈਨੂੰ ਪਸ਼ੂ ਬਣਨਾ ਪੈਣਾ। ਪਤਾ ਕਿਵੇਂ ਆਖਿਆ? 4 ਪਾਵ 2 ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ, ਊਠਤ ਬੈਠਤ ਠੇਂਗਾ ਪਰ ਹੈ ਤਬ ਕਤ ਮੂੰਡ ਲੁਕਈ ਹੈ, ਹਰ ਬਿਨ ਬੈਲ ਪਿਰਾਨੇ ਹੋਈ ਹੈ। ਕਹਿੰਦੇ ਨਾਮ ਜਪਣ ਤੋਂ ਬਿਨਾ ਤੈਨੂੰ 4 ਪੈਰਾਂ ਵਾਲਾ 2 ਸਿੰਘਾਂ ਵਾਲਾ ਮੂੰਹ ਤੋਂ ਗੁੰਗਾ ਬਣਨਾ ਪੈਣਾ। ਹੁਣ ਜੀਭ ਤੇ ਫੁੱਟ ਲੰਮੀ ਹੁੰਦੀ ਆ ਡੰਗਰਾਂ ਦੇ ਮੂੰਹ ਦੇ ਵਿੱਚ, ਪਰ ਬਾਂ ਹੀ ਕਰਦੇ ਆ, ਅੱਖਰ ਤੇ ਹੈ ਨਹੀਂ ਉਹਨਾਂ ਕੋਲੇ। ਉਹ ਬੋਲ ਕੇ ਇਹ ਤੇ ਨਹੀਂ ਕਹਿ ਸਕਦੇ ਵੀ ਅਸੀਂ ਆਹ ਕੁਝ ਕਰਨਾ ਵਾ ਜਾਂ ਆਹ ਕੁਝ ਖਾਣਾ, ਆਹ ਕੁਝ ਪੀਣਾ। ਵੀ 4 ਪੈਰ ਹੋਣਗੇ, 2 ਸਿੰਘ ਵੀ ਹੋਣਗੇ ਤੇ ਮੂੰਹ ਤੋਂ ਗੁੰਗਾ ਵੀ ਹੋਏਗਾ। ਉਹ ਜਦੋਂ ਪਸ਼ੂ ਦੀ ਜੂਨ 'ਚ, ਬਲਦ ਦੀ ਜੂਨ 'ਚ ਪਿਆ ਤੇ ਮਹਾਰਾਜ ਨੇ ਆਖਿਆ ਫੇਰ ਨਾ ਮੰਨਿਆ। ਕਹਿੰਦੇ ਹੱਲੇ ਵੀ ਤੇਰਾ ਘਰ 'ਚ ਹੀ ਮੂੰਹ ਹੈ, ਕੋਈ ਨਹੀਂ ਤੇਰੀ ਮੁਕਤੀ ਤੱਕ ਕਰਾਂਗੇ। ਫਿਰ ਕੁਝ ਸਾਲ ਬਾਅਦ ਮਹਾਰਾਜ ਸਾਹਿਬ ਜੀ ਉੱਥੇ ਆਏ, ਉਹ ਕੁੱਤੇ ਦੀ ਜੂਨ 'ਚ ਉਸੇ ਘਰੇ ਪਿਆ ਸੀ। ਫਿਰ ਉਹਨੂੰ ਪੁੱਛਿਆ, ਕਹਿੰਦਾ ਨਹੀਂ ਪਿੰਡੋਂ ਬਾਰ-ਬਾਰ ਮੇਰੇ ਪੁੱਤਾਂ ਦਾ ਘਰ ਵਾ, ਮੈਂ ਤਾਂ ਪਹਿਰੇ ਦੇਣਾ ਵਾ ਇੱਥੇ, ਜੇ ਮੇਰੀ ਤੁਸੀਂ ਮੁਕਤੀ ਕਰ ਦਿੱਤੀ ਤੇ ਮੇਰੇ ਘਰ ਦੀ ਰਾਖੀ ਕੌਣ ਕਰੇਗਾ? ਕੁੱਤੇ ਦੀ ਜੂਨ 'ਚ ਪੈ ਕੇ ਵੀ ਨਹੀਂ ਫਿਰ ਮੰਨਿਆ। ਫਿਰ ਕੁਝ ਸਾਲਾਂ ਬਾਅਦ ਆਏ, ਸੱਪ ਦੀ ਜੂਨ 'ਚ ਪਿਆ ਹੋਇਆ ਸੀ ਉਹ, ਤੇ ਫਿਰ ਸੱਪ ਦੀ ਜੂਨ ਵਿੱਚ ਪੈ ਕਰਕੇ ਜਿੱਥੇ ਅੱਗੇ ਪੁੱਤਰ ਪੋਤਰੇ ਗਾਂ ਉਹ ਪੀੜ੍ਹੀ ਵਧੀ ਹੈ, ਪੋਤਰੇ ਆ ਉਹਦੇ, ਤਾਂ ਛੋਟਾ ਜਿਹਾ ਬੱਚਾ ਭੰਗੂੜੇ 'ਚ ਪਿਆ ਤੇ ਉਹਨੂੰ ਉਹ ਮੋਹ ਵਿੱਚ ਫਸਿਆ ਹੋਇਆ ਉੱਥੇ ਆਇਆ ਆਪਣੇ ਪੋਤਰੇ ਦੇ ਕੋਲੇ। ਤੇ ਜਿਸ ਵੇਲੇ ਉੱਥੇ ਆਉਂਦਾ ਵਾ ਤੇ ਉਹ ਵੇਖਦੇ ਆ ਵੀ ਉਹਨਾਂ ਨੂੰ ਥੋੜਾ ਪਤਾ ਵੀ ਇਹ ਸਾਡਾ ਹੀ ਬਜ਼ੁਰਗ ਆ, ਉਹ ਸੱਪ ਵੇਖ ਕੇ ਉਹਨੂੰ ਮਾਰਦੇ ਆ। ਫਿਰ ਉਹ ਤੋਂ ਬਾਅਦ ਗੰਦਗੀ ਦਾ ਕੀੜਾ ਬਣਦਾ ਉਸੇ ਘਰ ਦੇ ਵਿੱਚ ਹੀ ਮੋਹ ਨੇ ਕਰਕੇ, ਜਿੱਥੇ ਸਾਰਾ ਧੂਣ ਪੈਂਦਾ ਹੈ, ਗੰਦਗੀ ਦਾ ਕੀੜਾ ਪੈਂਦਾ ਹੈ, ਉਸ ਥਾਂ ਦੇ ਉੱਤੇ ਉਹ ਪਿਆ। ਤੇ ਮਹਾਰਾਜ ਆਏ ਤੇ ਸਤਿਗੁਰੂ ਕਹਿਣ ਲੱਗੇ ਵੀ ਇੱਥੇ ਨਾਲੀ ਦੇ ਵਿੱਚ ਕੀੜਾ ਇੱਕ, ਮਰਦਾਨਿਆਂ ਕੱਢ। ਉਹ ਕੱਢ ਕੇ ਲਿਆਂਦਾ, ਉਹਦੇ ਤੇ ਜਲ ਪਵਾਇਆ ਸਤਿਗੁਰੂ ਜੀ ਨੇ, ਉਹਦੀ ਸੁਰਤੀ ਜਗਾਈ। ਕਹਿਣ ਲੱਗੇ ਬਜ਼ੁਰਗਾ ਵੇਖ ਕਿੰਨੀਆਂ ਜੂਨਾਂ ਤੂੰ ਭੋਗ ਲਈਆਂ, ਹੁਣ ਕੀੜਾ ਬਣਿਆ ਪਿਆ ਗੰਦਗੀ ਦਾ, ਹੁਣ ਤੇਰੀ ਕਲਿਆਣ ਕਰ ਦੇਗੇ। ਕਹਿੰਦਾ ਬਾਬਾ ਹੁਣ ਬੜਾ ਤੰਗ ਵਾ, ਹੁਣ ਕਿਰਪਾ ਕਰੋ। ਫਿਰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਉਹ ਬਜ਼ੁਰਗ ਨੂੰ ਕੀੜੇ ਬਣੇ ਹੋਏ ਦੀ ਉਹਦੀ ਕਲਿਆਣ ਕੀਤੀ ਸਤਿਗੁਰੂ ਜੀ ਨੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਅੰਤਰਜਾਮੀ ਹੈ, ਜਿਹਦੇ ਤੇ ਦ੍ਰਿਸ਼ਟੀ ਕਰਦੇ ਉਹਦੀ ਕਲਿਆਣ ਕਰਦੇ ਆ। ਪਰ ਗੁਰੂ ਕੀ ਸ਼ਰਨ ਆਏ ਤੋਂ ਬਿਨਾ ਕੋਈ ਮੁਕਤ ਨਹੀਂ ਹੋ ਸਕਦਾ। ਇਹ ਤਾਂ ਉਹਦੇ ਤੇ ਤਰਸ ਕੀਤਾ ਨਾ, ਮਹਾਰਾਜ ਨੇ ਦਇਆ ਕੀਤੀ। ਗਰੀਬ ਨਵਾਜ ਸਾਹਿਬ ਜੀ ਨੇ ਵੀ ਇਹਨੂੰ ਮੁਕਤ ਕਰਕੇ ਹੀ ਛੱਡਣਾ ਹੈ। ਇੱਥੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਫਰਮਾ ਰਹੇ ਆ, ਪਾਵੈ ਮੁਕਤ ਨਾ ਹੋਰ ਥੈ ਕੋਈ, ਗੁਰੂ ਤੋਂ ਬਿਨਾ ਹੋਰ ਕਿਤੇ ਜਾ ਕਰਕੇ ਕੋਈ ਮੁਕਤੀ ਨਹੀਂ ਪਾ ਸਕਦਾ। ਬੰਧਨ ਨਹੀਂ ਕੱਟੇ ਜਾ ਸਕਦੇ, ਜੰਮਣਾ ਮਰਨਾ ਨਹੀਂ ਕੱਟਿਆ ਜਾ ਸਕਦਾ। ਜਿਹੜੇ ਜੀਵ ਈਸ਼ ਦੀ ਏਕਤਾ ਵਾਲੇ ਗਿਆਨਵਾਨ ਹਨ, ਵਿਵੇਕੀ ਪੁਰਸ਼ ਹਨ, ਗਿਆਨੀ ਪੁਰਸ਼, ਉਹਨਾਂ ਨੂੰ ਵੀ ਜਾ ਕੇ ਪੁੱਛ ਲਵੋ, ਉਹ ਵੀ ਇਹ ਗੱਲ ਹੀ ਕਹਿਣਗੇ ਕਿ ਪੂਰੇ ਗੁਰੂ ਤੋਂ ਬਿਨਾ ਮੁਕਤੀ ਨਹੀਂ ਮਿਲ ਸਕਦੀ। ਗੁਰੂ ਵੀ ਸੰਸਾਰ ਵਿੱਚ ਕਈ ਬਣੇ ਫਿਰਦੇ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਆਖਿਆ ਪੂਰੇ ਗੁਰ ਕਾ ਸੁਣੇ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਪੂਰੇ ਗੁਰੂ ਦਾ ਉਪਦੇਸ਼ ਸੁਣ। ਅਧੂਰਿਆਂ ਨੇ ਕਈ ਮੰਜੀਆਂ ਡਾਈਆਂ, 22 ਅਧੂਰੇ ਆ, ਪੂਰਾ ਇੱਕੋ ਹੀ ਨਾਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹੈ। ਮੱਖਣ ਸ਼ਾਹ ਦਾ ਬੇੜਾ ਪੂਰੇ ਗੁਰੂ ਨੇ ਹੀ ਲਾਇਆ, 22 ਮੰਜੀਆਂ ਲਾਉਣ ਵਾਲਿਆਂ ਨੇ ਨਹੀਂ ਲਾਇਆ। ਬੇੜਾ ਬੰਨੇ ਪੂਰੇ ਗੁਰੂ ਨਾਵੇਂ ਪਾਤਸ਼ਾਹ ਨੇ ਲਾਇਆ। ਪੂਰਾ ਗੁਰੂ ਜ਼ਿੰਦਗੀ ਦਾ ਬੇੜਾ ਬੰਨੇ ਲਾਉਂਦੇ ਆ। ਇਸ ਕਰਕੇ ਅਧੂਰਾ ਤੇ ਆਪ ਵੀ ਡੁੱਬਦਾ ਤੇ ਆਪਦੇ ਚੇਲਿਆਂ ਚਾਟੜਿਆਂ ਨੂੰ ਵੀ ਡੋਬ ਦਿੰਦਾ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਹੀ ਬਚਨ ਹੈ, ਕਾਚੇ ਗੁਰ ਤੇ ਮੁਕਤ ਨਾ ਹੁਆ। ਗੁਰੂ ਵੀ ਭਾਈ ਪੱਕਾ ਚਾਹੀਦਾ ਹੈ, ਪੂਰਾ ਚਾਹੀਦਾ ਹੈ। ਕੱਚੇ ਗੁਰੂ ਤੋਂ ਮੁਕਤੀ ਨਹੀਂ ਮਿਲਦੀ। ਕੱਚੀ ਤੇ ਰੋਟੀ ਖਾ ਲਈਏ ਉਹ ਢਿੱਡ ਪੀੜ ਕਰਨ ਲੱਗ ਜਾਂਦੀ ਹੈ। ਇਸ ਕਰਕੇ ਕੱਚਾ ਗੁਰੂ ਮੁਕਤੀ ਨਹੀਂ ਦੇ ਸਕਦਾ। ਆ ਮਾਲਵੇ ਦੇ ਵਿੱਚ ਲਧਾਈ ਕੇ ਪਿੰਡ, ਉੱਥੇ ਗੁਰਦੁਆਰਾ ਸਾਹਿਬ ਹੈ ਕਲਿਆਣਸਰ ਸਾਹਿਬ, 6ਵੇਂ ਪਾਤਸ਼ਾਹ ਦਾ। ਉਹ
ਅਧੂਰੇ ਗੁਰੂ ਦੀ ਉੱਥੇ ਗਾਥਾ ਵਾ। ਅਧੂਰਾ ਗੁਰੂ ਸੀ, ਲੋਕਾਂ ਨੂੰ ਉਪਦੇਸ਼ ਦਿੰਦਾ ਸੀ। ਕੱਚਾ ਗੁਰੂ, ਕਾਚੇ ਗੁਰ ਤੇ ਮੁਕਤ ਨਾ ਹੁਆ। ਹੈ ਤਾਂ ਕਥਾਵਾਚਕ ਸੀ, ਪਰ ਬਣ ਬੈਠਾ ਗੁਰੂ। ਕਥਾਵਾਚਕ ਸੀ, ਕਥਾ ਕਰਨ ਵਾਲਾ ਸੀ। ਵੇਦ ਪੁਰਾਣ ਸ਼ਾਸਤਰ ਸਿਮਰਤੀਆਂ ਨੇ ਪੜ੍ਹੇ ਹੋਏ ਸੀ, ਕਥਾ ਕਰਦਾ ਸੀ। ਲੋਕ ਸ਼ਰਧਾ ਰੱਖਣ ਲੱਗ ਪਏ ਤੇ ਵੱਧਦਾ ਵੱਧਦਾ ਗੁਰੂ ਬਣ ਬੈਠਾ। ਭੁਲੇਖਾ ਪੈ ਗਿਆ। ਤੇ ਜਿਹੜੇ ਨਮਸਕਾਰਾਂ ਕਰਦੇ ਸੀ ਉਹਨਾਂ ਨੂੰ ਕਹਿੰਦਾ ਸੀ ਵੀ ਤੁਹਾਡੀ ਮੈਂ ਮੁਕਤੀ ਕਰੂੰਗਾ, ਤੁਹਾਡੀ ਕਲਿਆਣ ਕਰੂਗਾ। ਤੇ ਉਹਨਾਂ ਨੇ ਵੀ ਖਿਆਲ ਨਹੀਂ ਕੀਤਾ ਵੀ ਚਲੋ ਇਹਦੇ ਤੋਂ ਕਥਾ ਸੁਣਨੀ ਆ, ਕਥਾ ਸੁਣ ਕੇ ਲੜ ਗੁਰੂ ਦੇ ਲੱਗੀਏ, ਪਰਮੇਸ਼ਰ ਦੇ ਲੱਗੀਏ। ਉਹਦੇ ਲੜ ਹੀ ਲੱਗ ਗਏ, ਉਹਦੇ ਤੇ ਸ਼ਰਧਾ ਰੱਖੀ। ਉਂਝ ਸਤਿਕਾਰ ਕਰਨਾ ਚਾਹੀਦਾ ਸੀ, ਚਲੋ ਉਹਦੇ ਤੋਂ ਪਵਿੱਤਰ ਬਚਨ ਸੁਣਦੇ ਆ, ਪਰ ਉਹਦੇ ਤੇ ਗੁਰੂ ਵਾਲਾ ਨਿਸ਼ਚਾ ਰੱਖ ਲਿਆ। ਪਰ ਉਹ ਪੂਰਾ ਨਹੀਂ ਸੀ। ਉਹਦੀ ਜਿਹੜੀ ਅੰਦਰ ਦੀ ਭਾਵਨਾ ਉਹ ਸਿਰਫ ਮਾਇਆ ਦੇ ਉੱਤੇ ਸੀ ਵੀ ਜਿੰਨੇ ਸ਼ਰਧਾਲੂ ਵੱਧ ਬਣਨਗੇ ਓਨੀ ਮਾਇਆ ਵੱਧ। ਉਹ ਬਿਰਤੀ ਅੰਦਰੋਂ ਮਾਇਆ ਵਿੱਚ ਹੀ ਸੀ। ਤੇ ਜਦੋਂ ਮਰਿਆ ਤੇ ਸੱਪ ਬਣਿਆ, ਸੱਪ। ਤੇ ਜਿੰਨੇ ਚੇਲੇ ਸੀ ਉਹ ਕੀੜੇ ਬਣੇ। ਜਦੋਂ ਛੇਵੇਂ ਪਾਤਸ਼ਾਹ ਮਹਾਰਾਜ ਇੱਧਰ ਵਿਚਰੇ ਨਾ ਉਸ ਨਗਰ, ਤਾਂ ਝਾੜੀਆਂ ਜੀਆਂ ਵਾ ਤੇ ਸੱਪ ਤੁਰਿਆ ਆਉਂਦਾ ਵੱਡਾ ਸਾਰਾ। ਬਾਬਾ ਬਿਧੀ ਚੰਦ ਸਾਹਿਬ ਮਹਾਰਾਜ ਦੇ ਨਾਲ ਭਾਈ ਜੇਠਾ ਜੀ, ਭਾਈ ਪੁਰਾਣਾ ਜੀ, ਹੋਰ ਕਿੰਨੇ ਸਿੱਖ ਬੇਨਤੀ ਕੀਤੀ। ਬਾਬਾ ਬਿਧੀ ਚੰਦ ਸਾਹਿਬ, ਭਾਈ ਜੇਠਾ ਜੀ ਨੇ, ਮਹਾਰਾਜ ਸੱਪ ਤੁਰਿਆ ਆਉਂਦਾ, ਪਾਸੇ ਕਰ ਦਈਏ ਜਾਂ ਮਾਰ ਦਈਏ, ਜੋ ਆਗਿਆ ਹੋਵੇ। ਕਹਿਣ ਲੱਗੇ ਨਾ ਮਾਰਨਾ ਵਾ ਤੇ ਨਾ ਇਹਨੂੰ ਪਾਸੇ ਕਰਨਾ, ਸਾਡੀ ਸ਼ਰਨ ਵਿੱਚ ਆ ਰਿਹਾ ਵਾ, ਆ ਲੈਣ ਤੋਂ। ਜਦੋਂ ਸ਼ਰਨ ਵਿੱਚ ਆਇਆ ਤੇ ਮਹਾਰਾਜ ਸਾਹਿਬ ਦੇ ਚਰਨਾਂ ਵਿੱਚ ਪਾਇਆ ਹੋਇਆ ਜੋੜਾ ਸਤਿਗੁਰਾਂ ਨੇ ਠੋਕਰ ਮਾਰੀ। ਫਿਰ ਆਪਣੇ ਚਰਨਾਂ ਦੀ ਸਿੱਧੇ ਅੱਖਰਾਂ 'ਚ ਕਹਿ ਦਈਏ ਜਿਵੇਂ ਆਪਾਂ ਠੁੱਡਾ ਮਾਰਦੇ ਆ। ਮਹਾਰਾਜ ਸਾਹਿਬ ਜੀ ਨੇ ਜਦੋਂ ਚਰਨਾਂ ਦੀ ਠੋਕਰ ਮਾਰੀ ਨਾ ਗੁਰੂ ਹਰਗੋਬਿੰਦ ਸਾਹਿਬ ਪੂਰੇ ਸਤਿਗੁਰਾਂ ਨੇ, ਤੇ ਉਹਦਾ ਸਰੀਰ ਪਾਟ ਗਿਆ, ਉਤਲਾ ਹਿੱਸਾ। ਜਦੋਂ ਸਰੀਰ ਦੀ ਚਮੜੀ ਪਾਟੀ ਨਾ ਉਤੋਂ, ਤੇ ਵਿੱਚ ਕੀੜੇ ਹੀ ਕੀੜੇ, ਕਿਰਮ ਹੀ ਕਿਰਮ, ਭਰਿਆ ਪਿਆ ਸਾਰਾ ਕੀੜਿਆਂ ਦੇ ਨਾਲ। ਸਿੱਖ ਕਹਿਣ ਲੱਗੇ ਮਹਾਰਾਜ ਇਹ ਕੀ ਕੌਤਕ। ਸਤਿਗੁਰੂ ਕਹਿੰਦੇ ਆਪੇ ਦੱਸੇਗਾ। ਉਹਦੀ ਰੂਹ ਸਾਹਮਣੇ ਖਲੋ ਗਈ, ਹੱਥ ਜੋੜੇ ਛੇਵੇਂ ਪਾਤਸ਼ਾਹ ਨੂੰ ਮੱਥਾ ਟੇਕਿਆ। ਮਹਾਰਾਜ ਬੜੀ ਕਿਰਪਾ ਕੀਤੀ ਪੂਰੇ ਸਤਿਗੁਰੂ ਜੀ, ਮੈਨੂੰ ਮੁਕਤੀ ਦੇ ਦਿੱਤੀ, ਮੇਰੀ ਕਲਿਆਣ ਕਰ ਦਿੱਤੀ ਆਪ ਜੀ ਨੇ। ਤਾਂ ਉਸ ਵੇਲੇ ਉਹਨੇ ਬੇਨਤੀ ਕੀਤੀ ਮਹਾਰਾਜ ਇਹਨਾਂ ਦੀ, ਮੇਰੇ ਚੇਲਿਆਂ ਦੀ ਵੀ ਕਲਿਆਣ ਕਰ ਦਿਓ। ਤੇ ਉਹ ਮਹਾਰਾਜ ਨੂੰ ਮੱਥਾ ਟੇਕ ਕਰਕੇ ਸਤਿਗੁਰੂ ਕਹਿੰਦੇ ਆ ਸਾਡੇ ਸਿੱਖਾਂ ਨੂੰ ਆਪਣੀ ਗਾਥਾ ਵੀ ਸਾਰੀ ਦੱਸ ਕੇ ਜਾ। ਕਹਿੰਦਾ ਭਾਈ ਮੈਂ ਕਥਾ ਕਰਨ ਵਾਲਾ ਸਾਂ ਤੇ ਲੋਕ ਮੇਰੇ ਤੇ ਸ਼ਰਧਾ ਰੱਖਦੇ ਸੀ ਤੇ ਮੈਂ ਗੁਰੂ ਬਣ ਬੈਠਾ। ਮੈਂ ਕਿਹਾ ਤੁਹਾਡੀ ਮੁਕਤੀ ਮੈਂ ਹੀ ਕਰਾਂਗਾ। ਮੁਕਤੀ ਤੇ ਮੈਂ ਕੀ ਕਰਨੀ ਸੀ, ਮੈਂ ਤੇ ਆਪ ਫਸਿਆ ਹੋਇਆ ਸਾਂ, ਬੰਧਨ ਵਿੱਚ ਪਿਆ ਸਾਂ। ਸਿਰਫ ਮਾਇਆ ਦੇ ਲਾਲਚ ਕਰਕੇ ਮੈਂ ਇਹ ਕਹੀ ਗਿਆ ਵੀ ਤੁਹਾਡੀ ਮੈਂ ਕਲਿਆਣ ਕਰਾਂਗਾ, ਪਰ ਮੇਰਾ ਧਿਆਨ ਸੀ ਸਿਰਫ ਮਾਇਆ ਵਿੱਚ। ਮਾਇਆ 'ਚ ਧਿਆਨ ਹੋਣੇ ਕਰਕੇ ਮੈਂ ਸੱਪ ਬਣ ਗਿਆ। ਤੇ ਜਿਨ੍ਹਾਂ ਨੇ ਮੇਰਾ ਧਿਆਨ ਧਰਿਆ, ਹੁਣ ਜਦੋਂ ਗੁਰੂ ਸੱਪ ਬਣਿਆ ਤੇ ਚੇਲਿਆਂ ਨੇ ਫਿਰ ਗੁਰੂ ਵਿੱਚ ਹੀ ਅਭੇਦ ਹੋਣਾ ਸੀ ਨਾ। ਮੈਂ ਇਹਨਾਂ ਦੇ ਰੁਪਈਏ ਖਾਧੇ ਸੀ, ਮਾਇਆ ਖਾਧੀ ਸੀ, ਇਹ ਕੀੜੇ ਬਣ ਕੇ ਮੇਰੇ ਵਿੱਚ ਆਏ ਤੇ ਮੇਰਾ ਮਾਸ ਖਾ ਰਹੇ ਸੀ। ਹੁਣ ਕੀੜੇ ਮੇਰਾ ਮਾਸ ਖਾ ਰਹੇ ਸੀ, ਇਹ ਮੇਰੇ ਚੇਲੇ ਚੇਲੀਆਂ ਸਾਰੇ। ਅਧੂਰਾ ਆਪ ਸੱਪ ਬਣਦਾ ਹੈ ਤੇ ਉਹਦੇ ਚੇਲੇ ਚੇਲੀਆਂ ਉਹਦੇ ਵਿੱਚ ਕੀੜੇ ਬਣ ਕੇ ਉਹਦਾ ਮਾਸ ਖਾਂਦੇ। ਫਿਰ ਹੁਣ ਪੂਰੇ ਗੁਰੂ ਦੇ ਚਰਨਾਂ ਦੀ ਠੋਕਰ ਮੈਨੂੰ ਪ੍ਰਾਪਤ ਹੋਈ ਹੈ ਤੇ ਮੇਰੀ ਕਲਿਆਣ ਹੋ ਗਈ ਹੈ। ਤੇ ਮੇਰੀ ਬੇਨਤੀ ਹੈ ਛੇਵੇਂ ਪਾਤਸ਼ਾਹ, ਆ ਜਿਹੜੇ ਕੀੜੇ ਬਣੇ ਇਹਨਾਂ ਦੀ ਵੀ ਕਲਿਆਣ ਕਰ ਦਿਓ। ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਦੀ ਵੀ ਕਲਿਆਣ ਕਰ ਦਿੱਤੀ। ਤੇ ਨਾਲ ਦੇ ਸਿੱਖਾਂ ਨੂੰ ਆਖਿਆ, ਮਹਾਰਾਜ ਕਹਿੰਦੇ ਵੇਖੋ ਗੁਰਸਿੱਖੋ, ਗੁਰਬਾਣੀ 'ਚ ਬਚਨ ਆਉਂਦਾ ਭਗਤ ਰਸਨਾ ਦੁਆਰਾ, ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਵਲ ਵਲ ਅਵਤਰੈ। ਜੇ ਮਾਇਆ ਨੂੰ ਚੇਤੇ ਕਰਦਾ ਬੰਦਾ ਮਰ ਜਾਂਦਾ ਤੇ ਸੱਪ ਦੀ ਜੂਨ ਵਿੱਚ ਦੁਬਾਰਾ ਪੈਂਦਾ। ਅਧੂਰਾ ਆਪ ਸੱਪ ਬਣਦਾ, ਉਹਦੇ ਚੇਲੇ ਵੇਖੋ ਕੀੜੇ ਬਣਦੇ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਇਸ ਕਰਕੇ ਕੱਚੇ ਤੇ ਅਧੂਰੇ ਗੁਰੂ ਦੇ ਲੜ ਨਾ ਲੱਗੋ। ਕਈ ਵਾਰੀ ਪੂਰੇ ਗੁਰੂ ਦਾ ਸਵਾਂਗ ਰਚ ਲੈਂਦੇ ਆ, ਕੱਪੜੇ ਉਸ ਤਰ੍ਹਾਂ ਦੇ ਪਾ ਲੈਣਗੇ, ਗੱਦੀ ਉਸ ਤਰ੍ਹਾਂ ਲਾ ਕੇ ਬੈਠ ਜਾਣਗੇ, ਮੱਥਾ ਉਂਝ ਟਿਕਾ ਲੈਣਗੇ, ਪਰ ਮੁਕਤੀ ਕਿੰਨੇ ਦੇਣੀ ਆ? ਸਤਿਗੁਰ ਕੀ ਰੀਸੈ ਹੋਰ ਕੱਚ ਪਿੱਚ ਬੋਲਦੇ ਸੇ, ਕੂੜਿਆਰ ਕੂੜੇ ਝੜ ਪੜੀਐ। ਤੇ ਥੋੜੇ ਜਿਹੇ ਸਮੇਂ ਬਾਅਦ ਉਹਨਾਂ ਦਾ ਪਾ ਉਕੜ ਜਾਂਦਾ ਫਿਰ ਅਧੂਰਿਆਂ ਦਾ। ਇਸ ਕਰਕੇ ਮਹਾਰਾਜ ਕਹਿੰਦੇ ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਵੇਕੀਆ ਜਾਏ।
ਗਿਆਨਵਾਨਾਂ ਤੋਂ ਵੀ ਜਾ ਕੇ ਭਾਵੇਂ ਪੁੱਛ ਲਵੋ, ਉਹ ਵੀ ਇਹੀ ਗੱਲ ਕਹਿਣਗੇ ਕਿ ਪੂਰੇ ਗੁਰੂ ਦੇ ਲੜ ਲੱਗੋ, ਫਿਰ ਮੁਕਤੀ ਮਿਲੇਗੀ, ਫਿਰ ਜੰਮਣਾ ਮਰਨਾ ਕੱਟਿਆ ਜਾਵੇਗਾ, ਫਿਰ ਵਿਕਾਰਾਂ ਤੋਂ ਕੁਰੈਤਾਂ ਤੋਂ ਖਲਾਸੀ ਹੋਵੇਗੀ। ਅਨੇਕ ਜੂਨੀ ਭਰਮਿ ਆਵੈ। ਗੁਰੂ ਤੋਂ ਬੇਮੁਖ ਹੋਣੇ ਕਰਕੇ ਭਾਵੇਂ ਇਹ ਜੀਵ ਅਨੇਕ ਜੂਨੀਆਂ ਵਿੱਚ ਚਲੇ ਜਾਵੇ ਤੇ ਅਨੇਕ ਜੂਨੀਆਂ ਦਾ ਭਰਮਣ ਕਰਨ ਤੋਂ ਬਾਅਦ ਫਿਰ ਵੀ ਭਟਕ ਕੇ ਜਦੋਂ ਆਵੇ, ਜਿਨ ਸਤਿਗੁਰ ਮੁਕਤ ਨਾ ਪਾਵੈ। ਫਿਰ ਵੀ ਇਹਨੂੰ ਜਿੰਨਾ ਚਿਰ ਗੁਰੂ ਪੂਰੇ ਦੀ ਸ਼ਰਨ ਵਿੱਚ ਨਹੀਂ ਨਾ ਪੈਂਦਾ, ਸਤਿਗੁਰਾਂ ਤੋਂ ਬਿਨਾਂ ਮੁਕਤੀ ਨਹੀਂ ਇਹ ਪਾ ਸਕਦਾ, ਭਾਵੇਂ ਕਿੰਨੀਆਂ ਜੂਨਾਂ ਵਿੱਚ ਭਰਮ ਆਵੇ। ਫਿਰ ਵੀ ਜਦੋਂ ਮਨੁੱਖਾ ਜਨਮ ਇਹਨੂੰ ਮਿਲੇਗਾ ਤੇ ਪੂਰੇ ਗੁਰੂ ਦੀ ਸ਼ਰਨ ਵਿੱਚ ਹੀ ਇਹਨੂੰ ਆਉਣਾ ਪੈਣਾ, ਪੂਰੇ ਗੁਰੂ ਦਾ ਉਪਦੇਸ਼ ਲੈ ਕੇ ਸਿੱਖਿਆ ਕਮਾਉਣੀ ਪੈਣੀ, ਫਿਰ ਮੁਕਤੀ ਮਿਲਣੀ। ਪੂਰੇ ਗੁਰੂ ਦੀ ਸ਼ਰਨ ਵਿੱਚ ਆਇਆ ਸੀ ਇੱਕ ਵਾਰੀ ਭਾਈ ਮੂਲਾ, ਫਿਰ ਬੇਮੁਖ ਹੋ ਗਿਆ। ਬੇਮੁਖ ਹੋ ਗਿਆ, ਮਹਾਰਾਜ ਨੂੰ ਮਿਲਣ ਗਏ ਸੀ ਘਰੇ ਸਿਆਲਕੋਟ। ਮਰਦਾਨਾ ਜੀ ਨੂੰ ਭੇਜਿਆ, ਭਾਈ ਮਰਦਾਨਾ ਜੀ ਭਾਈ ਮੂਲੇ ਨੂੰ ਸੱਦ ਕੇ ਲਿਆਓ। ਜਾ ਕੇ ਆਵਾਜ਼ ਮਾਰੀ, ਭਾਈ ਮੂਲਾ ਜੀ, ਭਾਈ ਮੂਲਾ ਜੀ। ਘਰ ਵਾਲੀ ਨੇ ਆਖਿਆ ਵੀ ਫੇਰ ਉਹੀ ਸਾਧੂ ਆ ਗਏ। ਉਹਨੇ ਕਿਹਾ ਵੀ ਲੁਕ ਜਾ। ਘਰ ਵਾਲੀ ਦੇ ਆਖੇ ਲੱਗ ਕੇ ਨਾ, ਜਿੱਥੇ ਉਹ ਪਾਥੀਆਂ ਦਾ ਘੂਰਾ ਸੀ ਉਹਦੇ ਵਿੱਚ ਉਹਨੇ ਲੁਕਾ ਦਿੱਤਾ, ਉੱਥੇ ਜਾ ਕੇ ਲੁਕ ਗਿਆ। ਉਹਨੇ ਕਿਹਾ ਜੀ ਮੂਲਾ ਜੀ ਤੇ ਘਰੇ ਹੈ ਨਹੀਂ। ਭਾਈ ਮਰਦਾਨਾ ਜੀ ਵਾਪਸ ਆਏ, ਬੇਰੀ ਹੇਠਾਂ ਬੈਠੇ ਸੀ ਬਾਬਾ ਜੀ, 2 ਬੇਰੀਆਂ ਉੱਥੇ ਇਤਿਹਾਸਕਾਰ ਕਹਿੰਦੇ, ਜਿੰਨਾ ਥੱਲੇ ਮਹਾਰਾਜ ਬੈਠੇ ਗੁਰੂ ਨਾਨਕ ਸਾਹਿਬ ਨੇ। ਮਰਦਾਨਾ ਜੀ ਨੇ ਆ ਕੇ ਆਖਿਆ, ਮਹਾਰਾਜ ਭਾਈ ਮੂਲੇ ਦੇ ਘਰ ਵਾਲੀ ਮਿਲੀ। ਉਹਨੇ ਆਖਿਆ ਵੀ ਉਹ ਤਾਂ ਘਰੇ ਹੈ ਨਹੀਂ। ਮਹਾਰਾਜ ਕਹਿੰਦੇ ਅਸੀਂ ਮਿਲਣ ਵਾਸਤੇ ਆਏ ਸੀ, ਬੇਮੁਖ ਹੋ ਗਿਆ। ਹੈ ਤਾਂ ਘਰੇ ਹੀ ਆ, ਜੇ ਨਹੀਂ ਆ ਤਾਂ ਫਿਰ ਨਹੀਂ। ਜਦੋਂ ਇਹ ਬਚਨ ਕੀਤਾ, ਉੱਥੋਂ ਹੀ ਸੱਪ ਨਿਕਲਿਆ ਘੂਰੇ ਵਿੱਚੋਂ, ਮੂਲੇ ਨੂੰ ਡੰਗਿਆ ਤੇ ਮੂਲਾ ਹਾਏ ਹਾਏ ਕਰਦਾ ਬਾਹਰ ਨਿਕਲਿਆ। ਨਾਲੇ ਘਰ ਵਾਲੀ ਨੂੰ ਕਹਿੰਦਾ ਮਾਰ ਦਿੱਤਾ ਹੀ ਮੈਨੂੰ, ਤੇਰੇ ਆਖੇ ਲੱਗ ਗਿਆ ਮੈਂ। ਮਾੜੀ ਸਿੱਖਿਆ ਵੀ ਮਾਰ ਦਿੰਦੀ, ਮਾੜੀ ਸੰਗਤ ਵੀ ਮਾਰ ਦਿੰਦੀ। ਜ਼ਹਿਰ ਚੜਿਆ, ਉਸੇ ਵੇਲੇ ਮੂੰਹ ਚੋਂ ਝੱਗ ਨਿਕਲੀ ਤੇ ਸਵਾਸ ਪੂਰੇ ਹੋ ਗਏ। ਘਰ ਵਾਲੀ ਰੋਣ ਲੱਗੀ, ਪਿੰਡ ਦੇ ਲੋਕ ਇਕੱਠੇ ਹੋਏ, ਮੰਜੇ ਤੇ ਪਾਇਆ ਤੇ ਬਾਬਾ ਜੀ ਦੇ ਕੋਲੇ ਲੈ ਆਏ, ਜਿੱਥੇ ਬੇਰੀ ਹੇਠਾਂ ਬੈਠੇ ਸੀ ਪਿੰਡੋਂ ਬਾਰ-ਬਾਰ। ਬੇਨਤੀ ਕੀਤੀ, ਘਰ ਵਾਲੀ ਵੀ ਤਰਲੇ ਪਾ ਰਹੀ ਹੈ, ਮਹਾਰਾਜ ਕਿਰਪਾ ਕਰੋ, ਮੈਂ ਝੂਠ ਬੋਲ ਦਿੱਤਾ। ਸਤਿਗੁਰੂ ਕਹਿੰਦੇ ਹੁਣ ਤਾਂ ਇਹ ਬੇਮੁਖ ਹੋ ਗਿਆ, ਅਸੀਂ ਤੇ ਮਿਲਣ ਵਾਸਤੇ ਆਏ ਸੀ ਮੁੱਲੇ ਨੂੰ, ਇਹ ਬੇਮੁਖ ਹੋ ਗਿਆ। ਕਦੀ ਕਹਿੰਦਾ ਸੀ ਮਰਨਾ ਸੱਚ ਵਾ, ਜਿਉਣਾ ਝੂਠ ਵਾ, ਪਰ ਅੱਜ ਬੇਮੁਖ ਹੋ ਗਿਆ। ਪਰ ਹੁਣ ਤੁਸੀਂ ਸਾਡੀ ਸ਼ਰਨ ਵਿੱਚ ਲੈ ਕੇ ਆਏ ਹੋ, ਹੁਣ ਤਾਂ ਇਹਨੂੰ ਇੱਕ ਰਾਂ ਜੂਨੀਆਂ 'ਚ ਜਾਣਾ ਹੀ ਪਵੇਗਾ, ਬੇਮੁਖ ਹੋ ਗਿਆ। ਪਰ ਤੁਹਾਡੇ ਨਾਲ ਬਚਨ ਕਰਦੇ ਆ, 10ਵੇਂ ਜਾਮੇ 'ਚ ਇਹਦੀ ਮੁਕਤੀ ਕਰਾਂਗੇ, ਕਲਿਆਣ ਇਹਨੂੰ 10ਵੇਂ ਜਾਮੇ 'ਚ ਹੁਣ ਦੇਵਾਂਗੇ। ਉੱਥੇ ਬਚਨ ਵੀ ਉਚਾਰਿਆ ਸੀ, ਨਾਲ ਕਿਰਾੜਾਂ ਦੋਸਤੀ, ਕੂੜਾ ਕੂੜੀ ਪਾਏ, ਮਰਨ ਨਾ ਜਾਪੈ, ਮੂਲਿਆ ਆਵੇ ਕਿਤੇ ਥਾਏ। ਤਾਂ ਫਿਰ ਕਈਆਂ ਜੂਨੀਆਂ 'ਚ ਉਹਨੂੰ ਪੈਣਾ ਪਿਆ। ਜਦੋਂ ਮਹਾਰਾਜ ਹਜੂਰ ਸਾਹਿਬ ਪਹੁੰਚੇ ਨਾ, ਉੱਥੇ ਫਿਰ ਸਹਿਆ ਨਿਕਲਿਆ ਮਹਾਰਾਜ ਦੇ ਅੱਗੋਂ, ਤੇ ਸਤਿਗੁਰੂ ਜੀ ਨੇ ਆਪਣਾ ਤੀਰ ਚਲਾਇਆ ਤੇ ਸਹਿ ਨੂੰ ਪਰੋ ਕੇ ਰੱਖ ਦਿੱਤਾ, ਸਹਿ ਦਾ ਸ਼ਿਕਾਰ ਕੀਤਾ। ਸਿੱਖ ਕਹਿੰਦੇ ਮਹਾਰਾਜ ਸਾਨੂੰ ਕਹਿੰਦੇ ਤੇ ਅਸੀਂ ਇਹਨੂੰ ਫੜ ਲੈਂਦੇ ਸਹਿ ਨੂੰ। ਸਤਿਗੁਰੂ ਕਹਿੰਦੇ ਇਹਦੇ ਨਾਲ ਸਾਡਾ ਬਚਨ ਹੋਇਆ ਸੀ, ਇਹ ਸਾਡਾ ਸਿੱਖ ਸੀ। ਮਹਾਰਾਜ ਕਿਹੜਾ ਸਿੱਖ? ਕਹਿੰਦੇ ਪਹਿਲੇ ਜਾਮੇ ਵਿੱਚ ਇਹ ਮੂਲਾ ਖੱਤਰੀ ਆ। ਉਦੋਂ ਬੇਮੁਖ ਹੋ ਗਿਆ ਸੀ, ਫਿਰ ਕਈਆਂ ਜੂਨੀਆਂ 'ਚ ਇਹਨੂੰ ਪੈਣਾ ਪਿਆ ਤੇ ਇਹਦੇ ਨਾਲ ਵਾਅਦਾ ਕੀਤਾ ਸੀ ਵੀ 10ਵੇਂ ਜਾਮੇ 'ਚ ਤੈਨੂੰ ਮੁਕਤ ਕਰਾਂਗੇ। ਹੁਣ ਸਹਿ ਦੀ ਜੂਨ ਵਿੱਚ ਪਿਆ ਸੀ ਤੇ ਇਹਦੀ ਕਲਿਆਣ ਕੀਤੀ। ਅਨੇਕ ਜੂਨੀਆਂ 'ਚ ਵੀ ਭਰਮ ਆਵੇ, ਗੁਰੂ ਤੋਂ ਬੇਮੁਖ ਹੋ ਕੇ ਫਿਰ ਸਤਿਗੁਰੂ ਵੀ ਮੁਕਤ ਕਰਨ ਤੇ ਕਰਨ। ਗੁਰੂ ਕੀ ਸੰਗਤ ਤੋਂ ਬਿਨਾਂ, ਗੁਰੂ ਕੀ ਕਿਰਪਾ ਤੋਂ ਬਿਨਾਂ ਮੁਕਤੀ ਨਹੀਂ ਮਿਲਦੀ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਪੂਰੇ ਗੁਰੂ ਦੀ ਸ਼ਰਨ ਵਿੱਚ ਆਉਣਾ ਚਾਹੀਦਾ ਹੈ। ਗੁਰੂ ਤੋਂ ਬਿਨਾਂ, ਪੂਰੇ ਸਤਿਗੁਰਾਂ ਤੋਂ ਬਿਨਾਂ ਮੁਕਤੀ ਨਹੀਂ ਕੋਈ ਪਾ ਸਕਦਾ। ਫਿਰ ਮੁਕਤ ਪਾਏ ਲਾਗ ਚਰਣੀ। ਅਨੇਕ ਜੁਨੀਆਂ ਭਟਕਣ ਤੋਂ ਬਾਅਦ ਵੀ ਫਿਰ ਜੇ ਇਹਨੂੰ ਕਿਰਪਾ ਦੇ ਨਾਲ ਮਨੁੱਖਾ ਜਨਮ ਮਿਲੇ ਤੇ ਫਿਰ ਵੀ ਇਹ ਗੁਰੂ ਕੀ ਸ਼ਰਨੀ ਆਵੇਗਾ ਪੂਰੇ ਸਤਿਗੁਰਾਂ ਦੀ, ਤਾਂ ਇਹ ਮੁਕਤੀ ਪਾ ਲਵੇਗਾ ਜਦੋਂ ਗੁਰੂ ਕੇ ਚਰਨਾਂ ਨਾਲ ਜੁੜੇਗਾ। ਸਤਿਗੁਰੂ ਸ਼ਬਦ ਸੁਣਾਏ। ਜਦੋਂ ਸੱਚੇ ਗੁਰੂ ਜੀ ਇਸ ਨੂੰ ਆਪਣਾ ਉਪਦੇਸ਼ ਰੂਪੀ ਸ਼ਬਦ ਸੁਣਾਉਣਗੇ ਨਾਮ ਬਾਣੀ ਦਾ, ਫਿਰ ਇਹ ਜੀਵ ਬੰਧਨਾਂ ਤੋਂ ਰਹਿਤ ਹੋ ਕੇ ਮੁਕਤੀ ਪਾ ਲਵੇਗਾ ਗੁਰੂ ਕੇ ਚਰਨੀ ਲੱਗ ਕੇ। ਨਾਨਕ ਵਿਚਾਰ ਦੇਖੋ। ਕਹਿੰਦੇ ਹਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੇ, ਹੇ ਭਾਈ
ਵਿਚਾਰ ਕਰਕੇ ਵੇਖ ਲਓ, ਨਿਰਣਾ ਕਰਕੇ ਵੇਖ ਲਵੋ। ਬਿਨ ਸਤਿਗੁਰ ਮੁਕਤ ਨਾ ਪਾਏ। ਬਿਨਾ ਸੱਚੇ ਗੁਰੂ ਦੀ ਸ਼ਰਨ ਪਿਆ ਮੁਕਤੀ ਨਹੀਂ ਕੋਈ ਪਾ ਸਕਦਾ। ਉਹਨੂੰ ਭਰਮਣਾ ਪਵੇਗਾ, ਭਟਕਣਾ ਪਵੇਗਾ। ਤੇ ਸੱਚੇ ਗੁਰੂ ਹਨ ਧੰਨ ਗੁਰੂ ਨਾਨਕ ਸਾਹਿਬ ਜੀ, 10 ਪਾਤਸ਼ਾਹੀਆਂ, 10 ਪਾਤਸ਼ਾਹੀਆਂ ਦੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਇਸ ਕਰਕੇ ਸਾਨੂੰ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਪੈਣਾ ਚਾਹੀਦਾ ਹੈ। ਗੁਰੂ ਕਾ ਅੰਮ੍ਰਿਤ ਛਕ ਕੇ, ਗੁਰੂ ਕੀ ਸਿੱਖੀ ਧਾਰਨ ਕਰਕੇ ਹੀ ਅਸੀਂ ਮੁਕਤੀ ਪ੍ਰਾਪਤ ਕਰ ਸਕਦੇ ਹਾਂ। ਸਾਡੇ ਬੰਧਨ ਕੱਟੇ ਜਾਣਗੇ। ਗੁਰੂ ਸਾਹਿਬ ਦਾ ਹੁਕਮ ਹੈ, ਸਾਨੂੰ ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੈਂ ਲੇਹ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ, ਕਹੈ ਨਾਨਕ ਵਿਚਾਰ ਦੇਖੋ, ਵਿਣ ਸਤਿਗੁਰ ਮੁਕਤ ਨਾ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।